ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਹਉ ਮਤ ਮੰਦ ਅਜਾਨ ਆਪਹੁ ਕਛੂ ਨ ਜਾਣਦਾ ਸਤਿਗੁਰ ਮਿਹਰਬਾਨ ਆਪਣਾ ਜਸ ਕਰਵਾਏ ਲਵੋ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਥਮ ਖਡੂਰ ਸੋ ਗੋਇੰਦਵਾਲ ਗੰਗ ਮਾਤ ਨੇ ਪਠੀ ਵਿਸਾਲ। ਪ੍ਰਥਮ ਖਡੂਰ ਸੋ ਗੋਇੰਦਵਾਲ ਗੰਗ ਮਾਤ ਨੇ ਪਠੀ ਵਿਸਾਲ। ਮੰਡਿਆਲੀ ਰੋਡਰੋਲੀ ਡੱਲੇ ਦੇ ਪਕਵਾਨ ਦੂਤਗਨ ਘੱਲੇ। ਮੰਡਿਆਲੀ ਰੋਡਰੋਲੀ ਡੱਲੇ ਦੇ ਪਕਵਾਨ ਦੂਤਗਨ ਘੱਲੇ। ਪ੍ਰਥਮ ਖਡੂਰ ਸੋ ਗੋਇੰਦਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਵਿੱਚ ਪਾਵਨ ਪਵਿੱਤਰ ਕੀਰਤਨ ਸ਼ਰਵਣ ਕਰਨ ਦੇ ਨਾਲ ਨਾਲ
ਪਾਵਨ ਪਵਿੱਤਰ ਸ੍ਰੀ ਗੁਰ ਇਤਿਹਾਸ ਦੀ ਕਥਾ ਵਿਚਾਰ ਸ਼ਰਵਣ ਕਰਨ ਦੇ ਲਈ ਇਕੱਤਰਿਤ ਹੋ ਰਹੇ ਹਾਂ, ਕਿਉਂਕਿ ਕਿਸੇ ਵੀ ਕੌਮ ਦੀ ਇੱਕ ਵਡਿਆਈ ਉਪਮਾ ਜਾਣਨ ਦੇ ਲਈ ਉਸ ਕੌਮ ਦਾ, ਉਸ ਧਰਮ ਦਾ ਜਿਹੜਾ ਇਤਿਹਾਸ ਹੈ ਉਹ ਹੋਣਾ ਬਹੁਤ ਲਾਜ਼ਮੀ ਹੈ। ਕਿਉਂਕਿ ਜਿਹੜਾ ਇਤਿਹਾਸ ਹੈ ਇਹ ਵੀ ਅੱਗੇ ਕਈ ਪ੍ਰਕਾਰ ਦਾ ਹੁੰਦਾ ਹੈ। ਮੁੱਖ ਰੂਪ ਦੇ ਅੰਦਰ ਜਿਹੜਾ ਇਤਿਹਾਸ ਹੈ ਉਹ ਵਿਦਵਾਨਾਂ ਨੇ 3 ਪ੍ਰਕਾਰ ਦਾ ਮੰਨਿਆ ਹੈ। ਇੱਕ ਇਤਿਹਾਸ ਹੁੰਦਾ ਹੈ ਜਿਸ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ। ਜਿਹੜੇ ਕੋਈ ਵੱਡੇ ਵਡੇਰੇ ਕਵੀ ਵਿਦਵਾਨ ਉਸ ਕੌਮ, ਉਸ ਧਰਮ ਦੇ ਵਿੱਚ ਹੋਏ ਹੁੰਦੇ ਨੇ, ਜਿਵੇਂ ਵਿਦਵਾਨ ਲੋਕ ਇਤਿਹਾਸ ਦਾ ਵੀ ਇਹ ਅਰਥ ਕਰਦੇ ਨੇ, ਕਿਉਂਕਿ ਜਿੱਥੇ ਇੱਕ ਇੱਕ ਸ਼ਬਦ ਅਰਥ ਰੱਖਦਾ ਹੈ, ਉੱਥੇ ਨਾਲ ਨਾਲ ਜਦੋਂ ਅੱਗੇ ਅਸੀਂ ਗੋਹਜ ਅਰਥਾਂ ਨੂੰ ਵਿਚਾਰਦੇ ਹਾਂ ਤੇ ਇੱਕ ਇੱਕ ਅੱਖਰ ਦਾ ਵੀ ਅਰਥ ਹੁੰਦਾ ਹੈ। ਵਿਦਵਾਨ ਸੱਜਣ ਇਸ ਇਤਿਹਾਸ ਦਾ ਵੀ ਅਰਥ ਕਰਦੇ ਨੇ ਕਿ ਇਤੀ ਜਮਾ ਹਾ ਜਮਾ ਆਸ, ਕਿ ਇਤੀ ਦਾ ਅਰਥ ਹੁੰਦਾ ਹੈ ਜਿਹੜੀ ਕੋਈ ਚੀਜ਼ ਸਮਾਪਤ ਹੋ ਗਈ ਹੋਵੇ। ਜਿਵੇਂ ਸ਼ਾਸਤਰ ਮਤ ਦੇ ਅੰਦਰ ਜਦੋਂ ਕੋਈ ਵੀ ਗ੍ਰੰਥ ਸਮਾਪਤ ਕਰਦੇ ਨੇ ਤੇ ਉਹ ਲਿਖਦੇ ਹਨ ਇਤੀ ਸਮਾਪਤੰ, ਕਿ ਇਹ ਜਿਹੜਾ ਗ੍ਰੰਥ ਹੈ ਇਹ ਸਮਾਪਤ ਹੋ ਚੁੱਕਾ ਹੈ। ਉਸੇ ਤਰ੍ਹਾਂ ਹੀ ਜਿਹੜਾ ਆਪਾਂ ਇਤਿਹਾਸ ਸ਼ਬਦ ਬੋਲਦੇ ਹਾਂ, ਇਸ ਦਾ ਅਰਥ ਹੈ, ਇਤੀ ਦਾ ਅਰਥ ਹੈ ਸਮਾਪਤ, ਤੇ ਅੱਗੇ ਹੈ ਹਾਹੇ ਨੂੰ ਕੰਨਾ, ਇਸ ਦਾ ਹਾ ਦਾ ਅਰਥ ਹੁੰਦਾ ਹੈ ਪ੍ਰਗਟ, ਤੇ ਅੱਗੇ ਸੰਸਕ੍ਰਿਤ ਦੇ ਅਨੁਸਾਰ ਹਾਹੇ ਦਾ ਜੋ ਕੰਨਾ ਹੈ ਇਸ ਦੇ ਵਿੱਚੋਂ ਐੜਾ ਪੈਦਾ ਹੋਵੇਗਾ ਤੇ ਅੱਗੇ ਇੱਕ ਸ਼ਬਦ ਬਣੇਗਾ ਆਸ। ਆਸ ਦਾ ਅਰਥ ਹੁੰਦਾ ਹੈ ਜਿਵੇਂ ਆਸੇ ਪਏ ਹੋਏ ਜੌਂ। ਜਿਵੇਂ ਪੁਰਾਣੇ ਸਮੇਂ ਦੇ ਅੰਦਰ ਜਿਹੜੇ ਜੌਂ ਸਨ ਉਹਨਾਂ ਨੂੰ ਸਿਆਣੀਆਂ ਮਾਤਾਵਾਂ ਪਾਣੀ ਦੇ ਵਿੱਚ ਭਿਉਂ ਕਰਕੇ ਉਹਨਾਂ ਦਾ ਜਿਹੜਾ ਰਸ ਸੀ ਉਸ ਨੂੰ ਕੱਢ ਲੈਂਦੀਆਂ ਸਨ। ਉਸੇ ਤਰ੍ਹਾਂ ਹੀ ਇਹ ਜਿਹੜਾ ਇਤਿਹਾਸ ਹੈ ਇਸ ਦੇ ਇਹ ਅਰਥ ਬਣਦੇ ਨੇ ਕਿ ਜਿਵੇਂ ਇੱਕ ਜੌਆਂ ਦੇ ਵਿੱਚੋਂ ਜਿਹੜੇ ਆਸੇ ਪਾਏ ਹੋਏ ਜੌਂ ਨੇ ਜਿਨ੍ਹਾਂ ਵਿੱਚੋਂ ਰਸ ਦੀ ਪ੍ਰਾਪਤੀ ਹੁੰਦੀ ਹੈ, ਉਸੇ ਤਰ੍ਹਾਂ ਹੀ ਇਤਿਹਾਸ ਦਾ ਅਰਥ ਕਰਦਿਆਂ ਹੋਇਆਂ ਇਹ ਪਾਵਨ ਵਾਕ ਆਖੇ ਜਾਂਦੇ ਹਨ ਕਿ ਪੁਰਾਣੇ ਸਮੇਂ ਦੇ ਅੰਦਰ ਜਿਹੜੀ ਘਟਨਾ ਘਟ ਕਰਕੇ ਸਮਾਪਤ ਹੋ ਚੁੱਕੀ ਹੋਵੇ, ਕੋਈ ਜੰਗ ਯੁੱਧ ਹੋ ਕੇ ਸਮਾਪਤ ਹੋ ਚੁੱਕਿਆ ਹੋਵੇ, ਕੋਈ ਵੀ ਘਟਨਾ ਚਾਹੇ ਉਹ ਗੁਰ ਉਪਦੇਸ਼ ਹੋਵੇ, ਚਾਹੇ ਉਹ ਸਿੱਖਾਂ ਦੇ ਵਿੱਚ ਵਿਚਾਰ ਹੋਵੇ, ਚਾਹੇ ਉਹ ਕਿਸੇ ਦੇ ਪ੍ਰਕਾਰ ਕਰਕੇ ਕਿਸੇ ਦਾ ਉਧਾਰ ਕੀਤਾ ਹੋਵੇ, ਕਿਸੇ ਵੀ ਪ੍ਰਕਾਰ ਦੀ ਕੋਈ ਘਟਨਾ, ਕੋਈ ਕੌਤਕ ਜਿਹੜਾ ਹੋ ਕਰਕੇ ਸਮਾਪਤ ਹੋ ਗਿਆ ਹੋਵੇ ਤੇ ਉਸ ਨੂੰ ਕੋਈ ਵਿਦਵਾਨ, ਕੋਈ ਲੇਖਕ, ਕੋਈ ਕਵੀ ਉਹਨਾਂ ਦੇ ਵਿੱਚੋਂ ਨਿਚੋੜ ਕੱਢ ਕਰਕੇ ਕਿ ਕਿਹੜੀ ਗੱਲ ਸੱਚ ਹੋਈ ਹੈ, ਕਿਹੜੀ ਗੱਲ ਉੱਦਾਂ ਹੀ ਲੋਕਾਂ ਨੇ ਬਣਾ ਲਈ ਹੈ। ਭਾਵ ਕਿਉਂਕਿ ਸੰਸਾਰ ਦੇ ਵਿੱਚ ਇੱਕ ਘਟਨਾ ਦੇ ਪ੍ਰਤੀ ਕਈ ਵਿਚਾਰਾਂ ਹੋ ਜਾਂਦੀਆਂ ਨੇ, ਪਰ ਉਹਨਾਂ ਵਿਚਾਰਾਂ ਦੇ ਵਿੱਚੋਂ ਨਿਚੋੜ ਕੱਢ ਕੇ ਕੋਈ ਜਿਹੜਾ ਕਵੀ ਹੈ ਹਾ ਮੈਨੇ ਉਸ ਨੂੰ ਪ੍ਰਗਟ ਕਰ ਦੇਵੇ, ਭਾਵ ਲਿਖ ਕੇ ਆਉਣ ਵਾਲੇ ਲੋਕਾਂ ਨੂੰ ਪੇਸ਼ ਕਰ ਦੇਵੇ, ਉਸ ਲਿਖਤ ਨੂੰ ਆਖਿਆ ਜਾਂਦਾ ਹੈ ਇਤਿਹਾਸ। ਇਸ ਲਈ ਇਤਿਹਾਸ ਦਾ ਇੱਕ ਰੂਪ ਹੁੰਦਾ ਹੈ ਲਿਖਤੀ ਰੂਪ, ਕਿ ਸਿਆਣੇ ਕਵੀ ਵਿਦਵਾਨ ਦੁਆਰਾ ਕੋਈ ਲਿਖੀ ਹੋਈ ਰਚਨਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਰੂਪ ਵਿੱਚ ਹੋ ਜਾਂਦੀ ਹੈ। ਇੱਕ ਇਤਿਹਾਸ ਦਾ ਇਹ ਰੂਪ ਹੁੰਦਾ ਹੈ।
ਦੂਸਰਾ ਇਤਿਹਾਸ ਦਾ ਜਿਹੜਾ ਰੂਪ ਹੈ ਉਹ ਸਾਨੂੰ ਚਿੰਨ੍ਹਾਂ ਤੋਂ ਪ੍ਰਾਪਤ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਕੋਈ ਲਿਖਤ ਨਹੀਂ ਲਿਖੀ ਹੁੰਦੀ। ਜਿਵੇਂ ਆਪਾਂ ਪੰਜਾ ਸਾਹਿਬ ਪੱਥਰ ਦੇ ਉੱਪਰ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਦੁਆਰਾ ਜਿਹੜਾ ਪੰਜਾ ਸਾਹਿਬ ਲਾਇਆ ਗਿਆ ਹੈ, ਜਿਹੜਾ ਵਲੀ ਕੰਧਾਰੀ ਨੇ ਪੱਥਰ ਪਹਾੜੀ ਤੋਂ ਰੋੜਿਆ ਸੀ, ਉਹ ਜਿਹੜਾ ਆਪਾਂ ਚਿੰਨ੍ਹ ਵੇਖਦੇ ਹਾਂ। ਤੇ ਗੁਰਦੁਆਰਾ ਪੌੜ ਸਾਹਿਬ ਵਿਖੇ ਜਿਹੜੇ ਘੋੜੇ ਦੇ ਪੌੜ ਨੇ ਉਹ ਨਿਸ਼ਾਨੀਆਂ ਨੇ। ਉਹ ਚਿੰਨ੍ਹਾਂ ਤੋਂ ਸਾਨੂੰ ਇਤਿਹਾਸ ਪਤਾ ਲੱਗਦਾ ਹੈ। ਤੇ ਤੀਸਰਾ ਜਿਹੜਾ ਇਤਿਹਾਸ ਦਾ ਰੂਪ ਹੁੰਦਾ ਹੈ ਉਹ ਅੱਗੇ ਤੋਂ ਅੱਗੇ ਸੀਨੇ ਬਸੀਨੇ ਚੱਲਦਾ ਹੈ। ਜਿਵੇਂ ਕਈ ਜਿਹੜੀਆਂ ਵਿਚਾਰਾਂ ਹਨ, ਜਿਵੇਂ ਇੱਕ ਮਾਂ ਜਾਂ ਦਾਦੀ ਮਾਂ ਆਪਣੇ ਪੋਤਰਿਆਂ ਨੂੰ ਜੋ ਗੱਲਾਂ ਕਹਾਣੀਆਂ ਸੁਣਾਉਂਦੀਆਂ ਨੇ, ਉਹ ਉਹਨਾਂ ਨੇ ਕਿਤੋਂ ਪੜ੍ਹੀਆਂ ਨਹੀਂ ਹੁੰਦੀਆਂ, ਉਹ ਸੁਤੇ ਸਿੱਧ ਹੀ ਅੱਗੇ ਤੋਂ ਅੱਗੇ ਚੱਲਦੀਆਂ ਨੇ। ਉਸੇ ਤਰ੍ਹਾਂ ਹੀ ਜਿਹੜਾ ਇਤਿਹਾਸ ਦਾ ਤੀਸਰਾ ਰੂਪ ਹੁੰਦਾ ਹੈ, ਕਿਉਂਕਿ ਸਾਰਾ ਜਿਹੜਾ ਇਤਿਹਾਸ ਹੈ ਉਹ ਕਦੇ ਵੀ ਲਿਖਿਆ ਨਹੀਂ ਜਾ ਸਕਦਾ। ਕੁਝ ਇਤਿਹਾਸ ਲਿਖਿਆ ਹੁੰਦਾ ਹੈ, ਕੁਝ ਇਤਿਹਾਸ ਜਿਹੜਾ ਸਾਨੂੰ ਚਿੰਨ੍ਹਾਂ ਤੋਂ ਪ੍ਰਾਪਤ ਹੁੰਦਾ ਹੈ, ਤੇ ਕੁਝ ਜਿਹੜਾ ਇਤਿਹਾਸ ਹੈ ਜਦੋਂ ਅਸੀਂ ਉਸਤਾਦ ਆਪਣੇ ਵਿਦਿਆ ਗੁਰੂ ਦੇ ਪਾਸ ਬੈਠ ਕੇ ਪੜ੍ਹਦੇ ਹਾਂ, ਫਿਰ ਸਾਨੂੰ ਉਹਨਾਂ ਵਿਚਾਰਾਂ ਦਾ ਪਤਾ ਲੱਗਦਾ ਹੈ। ਕਿਉਂਕਿ ਇੱਕ ਕੌਮ ਦਾ ਇਤਿਹਾਸ ਹੀ ਦੱਸਦਾ ਹੈ ਕਿ ਇਹ ਜਿਹੜੀ ਕੌਮ ਹੈ, ਇਹ ਜਿਹੜਾ ਧਰਮ ਹੈ, ਉਹ ਕਿਤਨਾ ਕੁ ਮਹਾਨ ਹੈ। ਤੇ ਜਿਹੜੇ ਸਿਆਣੇ ਗੁਰਸਿੱਖ ਮਹਾਂਪੁਰਖ ਹਨ, ਉਹ ਇਤਿਹਾਸ ਦੀ ਤੁਲਨਾ ਇੱਕ ਦਰਖਤ ਦੀਆਂ ਜੜ੍ਹਾਂ ਦੇ ਨਾਲ ਵੀ ਦਿੰਦੇ ਨੇ ਕਿ ਜਿਹੜਾ ਇਤਿਹਾਸ ਹੈ ਉਹ ਜੜ੍ਹਾਂ ਦੀ ਨਿਆਈ ਹੁੰਦਾ ਹੈ। ਕਿਸੇ ਵੀ ਧਰਮ ਦਾ ਜਿਤਨਾ ਪੱਕਾ, ਜਿੰਨੀਆਂ ਗਹਿਰੀਆਂ ਉਸ ਦੀਆਂ ਇਤਿਹਾਸ ਰੂਪ ਜੜ੍ਹਾਂ ਹੋਣਗੀਆਂ। ਜਿਵੇਂ ਜਿਹੜਾ ਦਰਖਤ ਹੈ ਉੱਪਰ ਨੂੰ ਜਿੰਨਾ ਵਧੇ ਓਨਾ ਹੀ ਹੇਠਾਂ ਨੂੰ ਵਧੇ। ਜਿਵੇਂ ਆਪਾਂ ਪਿੱਪਲ, ਬੋਹੜ ਆਦਿਕ ਵੇਖਦੇ ਹਾਂ, ਜਿੰਨੀਆਂ ਮਰਜ਼ੀਆਂ ਤੇਜ਼ ਹਨੇਰੀਆਂ ਚੱਲਣ, ਝੱਖੜ ਆਵੇ, ਪਰ ਬਹੁਤ ਐਸਾ ਘੱਟ ਸਮਾਂ ਹੁੰਦਾ ਹੈ ਜਦੋਂ ਜਿਹੜਾ ਬੋਹੜ ਹੈ ਉਹ ਜੜੋਂ ਪੱਟਿਆ ਹੋਵੇ। ਇਹ ਬਹੁਤ ਘੱਟ ਵੇਖਣ ਵਿੱਚ ਆਉਂਦਾ ਹੈ। ਉਸ ਦਾ ਕਾਰਨ ਇਹ ਹੈ ਕਿਉਂਕਿ ਬੋਹੜ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਦੂਰ ਤੱਕ ਫੈਲੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੀ ਇੱਕ ਮਹਾਨ ਰੁਤਬਾ ਰੱਖਣ ਵਾਲਾ ਧਰਮ ਹੈ, ਉਹ ਓਨਾ ਚਿਰ ਕਾਮਯਾਬ ਨਹੀਂ ਹੋ ਸਕਦਾ ਜਿੰਨਾ ਚਿਰ ਉਸ ਦਾ ਇਤਿਹਾਸ ਕਾਮਯਾਬ ਨਹੀਂ। ਕਿਉਂਕਿ ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀ ਕੌਮ ਦੇ ਵਿੱਚ ਕਿਤਨੀਆਂ ਸ਼ਹੀਦੀਆਂ ਹੋਈਆਂ ਨੇ, ਕਿਤਨੇ ਮਹਾਨ ਗੁਰਸਿੱਖ ਹੋਏ ਨੇ, ਕਿਤਨੀਆਂ ਮਹਾਨ ਮਾਤਾਵਾਂ ਹੋਈਆਂ ਨੇ। ਔਰ ਜਿਹੜਾ ਇਤਿਹਾਸ ਹੈ ਇਹ ਜੜ੍ਹਾਂ ਦੀ ਨਿਆਈ ਹੈ। ਜਿਵੇਂ ਦਰਖਤ ਨੂੰ ਕਾਇਮ ਰੱਖਣ ਦੇ ਲਈ ਜੜ੍ਹਾਂ ਕੰਮ ਕਰਦੀਆਂ ਨੇ, ਇਸੇ ਤਰ੍ਹਾਂ ਹੀ ਜਿਹੜਾ ਪ੍ਰਫੁੱਲਤ ਹੋ ਰਿਹਾ ਧਰਮ ਦਾ ਜਿਹੜਾ ਬੂਟਾ ਹੈ, ਇਸ ਨੂੰ ਕਾਇਮ ਰੱਖਣ ਦੇ ਲਈ ਜਿਹੜਾ ਇਤਿਹਾਸ ਹੈ ਉਹ ਜੜ੍ਹਾਂ ਦੀ ਨਿਆਈ ਇਸ ਧਰਮ ਨੂੰ ਪ੍ਰਫੁੱਲਤ ਕਰਦਾ ਹੈ। ਉਸ ਦੇ ਫਿਰ ਅੱਗੇ ਜਿਹੜੇ ਬੱਚੇ ਬੱਚੀਆਂ ਹਨ, ਇਹ ਉਸ ਦੇ ਫਲ ਹਨ। ਕਿਉਂਕਿ ਜਿਹੜਾ ਦਰਖਤ ਹੈ ਉਹ ਉਹਨਾਂ ਦੇਰ ਕਾਮਯਾਬ ਨਹੀਂ ਹੋ ਸਕਦਾ। ਜਿੱਥੇ ਇੱਕ ਦਰਖਤ ਨੂੰ ਹਮੇਸ਼ਾ ਰਹਿਣ ਦੇ ਲਈ ਜੜ੍ਹਾਂ ਬਹੁਤ ਜ਼ਰੂਰੀ ਨੇ, ਉੱਥੇ ਨਾਲ ਹੀ ਚੰਗੇ ਦਰਖਤ ਤੋਂ ਇਹ ਅਨੁਮਾਨ ਲਾਇਆ ਜਾਂਦਾ ਕਿ ਉਸ ਦੇ ਫਲ ਬਹੁਤ ਚੰਗੇ ਹੁੰਦੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜੇ ਆਉਣ ਵਾਲੇ ਬੱਚੇ ਬੱਚੀਆਂ ਹਨ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਧਰਮ ਹੈ ਉਹ ਕਿਤਨਾ ਕੁ ਮਹਾਨ ਹੈ। ਕਿਉਂਕਿ ਜਿਵੇਂ ਆਪਾਂ ਖੇਤਾਂ ਦੇ ਵਿੱਚ ਕੋਈ ਬੀਜ ਬੀਜੀਏ ਤੇ ਆਪਾਂ ਉਸ ਦੀ ਸਾਲ 6 ਮਹੀਨੇ ਗੋਡੀ ਕਰਦੇ ਰਹੀਏ, ਜੇ ਉਸ ਤੋਂ ਸਾਨੂੰ ਫਲ ਹੀ ਪ੍ਰਾਪਤ ਨਾ ਹੋਵੇ ਤੇ ਫਿਰ ਉਹ ਜਿਹੜੀ ਸਾਡੀ ਕੀਤੀ ਹੋਈ ਮਿਹਨਤ ਹੈ ਉਹ ਕਿਸੇ ਕਾਰਜ, ਕਿਸੇ ਕੰਮ ਨਹੀਂ ਆਉਂਦੀ।
ਇਸੇ ਤਰ੍ਹਾਂ ਹੀ ਇਤਿਹਾਸ ਦਾ ਕਾਮਯਾਬ ਹੋਣਾ, ਇਤਿਹਾਸ ਦੀ ਵਡਿਆਈ ਸੋਭਾ ਤਾਂ ਹੀ ਹੋ ਸਕਦੀ ਹੈ ਜੇ ਅੱਗੇ ਉਸ ਦਾ ਜਿਹੜਾ ਫਲ ਹੈ ਉਹ ਚੰਗਾ ਹੋਵੇ। ਫਲ ਕੀ ਹੈ? ਉਹ ਹੈ ਕਿ ਸਾਡੇ ਘਰਾਂ ਦੇ ਵਿੱਚ ਹੀ ਜਿਹੜਾ ਗੁਰਸਿੱਖੀ ਵਾਲਾ ਬੂਟਾ ਹੈ ਉਹ ਵਧੇ। ਇਸ ਲਈ ਪਾਵਨ ਪਵਿੱਤਰ ਜਿਹੜਾ ਇਤਿਹਾਸ ਹੈ, ਕਈ ਗੁਰਸਿੱਖਾਂ ਦੀ ਇਹ ਵੀ ਭਾਵਨਾ ਹੈ ਕਿ ਜਿਹੜੀ ਗੁਰਬਾਣੀ ਹੈ ਇਸ ਦੀ ਕਥਾ ਮਹਾਨ ਹੈ। ਧੁਰ ਕੀ ਬਾਣੀ ਹੈ, ਇਸ ਲਈ ਇਸ ਦੀ ਵੀ ਕਥਾ ਮਹਾਨ ਹੈ। ਪਰ ਸਾਨੂੰ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਗੁਰਬਾਣੀ ਦੇ ਉੱਪਰ ਪਰਪੱਕਤਾ ਹੁੰਦੀ ਹੈ। ਉਹ ਕਿਸ ਤਰ੍ਹਾਂ? ਜਦੋਂ ਅਸੀਂ ਭਾਵਨਾ ਵਾਲੇ ਗੁਰਸਿੱਖਾਂ ਦੇ ਪ੍ਰਸੰਗ, ਉਹਨਾਂ ਦੇ ਕੈਸੇ ਕੈਸੇ ਜੀਵਨ ਸਨ, ਉਹਨਾਂ ਨੂੰ ਜਦੋਂ ਅਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਸੁਣਦੇ ਹਾਂ ਤੇ ਮਨ ਹੀ ਮਨ ਸੋਚਦੇ ਹਾਂ ਕਿ ਐਸੇ ਵੀ ਗੁਰਸਿੱਖ ਹੋਏ ਨੇ। ਜਿਵੇਂ ਇੱਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ ਇੱਕ ਬਹੁਤ ਭਾਵਨਾ ਵਾਲਾ ਗੁਰਸਿੱਖ ਹੋਇਆ। ਉਸ ਦਾ ਜਦੋਂ ਅਸੀਂ ਪ੍ਰਸੰਗ ਪੜ੍ਹ ਕੇ ਵੇਖਦੇ ਹਾਂ, ਜਿਸ ਦਾ ਨਾਮ ਜੇ ਮੈਂ ਨਾ ਭੁੱਲਦਾ ਹੋਵਾਂ ਤੇ ਭਾਈ ਜੀਵਾ ਜੀ ਮੀਹਾ ਜੀ ਕਰਕੇ ਸੀ, ਭਾਈ ਮੀਹਾ ਜੀ। ਇਹ ਭਾਈ ਮੀਹਾ ਜੀ ਐਸੇ ਗੁਰਸਿੱਖ ਹੋਏ ਨੇ, ਮਾਤਾ ਨਾਨਕੀ ਜੀ ਨੇ ਵੇਖਿਆ ਕਿ ਇੱਕ ਕੋਈ ਗੁਰਸਿੱਖ ਹੈ ਜਿਹੜਾ ਸਵੇਰ ਤੋਂ ਲੈ ਕਰਕੇ ਸ਼ਾਮ ਪੈਂਦਿਆਂ ਤੱਕ, ਰਾਤ ਹੁੰਦਿਆਂ ਤੱਕ ਲੰਗਰ ਦਾ ਜਿਹੜਾ ਪਾਣੀ ਹੈ ਉਹੀ ਢਾਉਂਦਾ ਰਹਿੰਦਾ ਹੈ। ਆਪਣੇ ਸਿਰ ਦੇ ਉੱਪਰ ਇੱਕ ਭਾਰੀ ਡੋਲ ਚੁੱਕਦਾ ਹੈ ਤੇ ਜਿੰਨਾ ਵੀ ਪਾਣੀ ਨਦੀ ਦੇ ਵਿੱਚੋਂ ਲਿਆਉਂਦਾ ਹੈ, ਕਿਸੇ ਗੁਰਸਿੱਖ ਨੂੰ ਇਸ਼ਨਾਨ ਕਰਵਾਉਂਦਾ ਹੈ। ਕਿਸੇ ਗੁਰਸਿੱਖ ਦੀ ਕੋਈ ਹੋਰ ਜ਼ਰੂਰਤ ਹੈ, ਕਿਸੇ ਨੂੰ ਪਾਣੀ ਪਿਆਉਣ ਵਾਲਾ ਹੈ, ਲੰਗਰ ਦੇ ਵਿੱਚ ਲੋੜ ਹੈ, ਸਾਰਾ ਪਾਣੀ ਇਹ ਭਾਈ ਮੀਹਾ ਜੀ ਪੂਰਾ ਕਰਦੇ ਨੇ। ਇਹ ਸਾਰਾ ਜਿਹੜਾ ਕੌਤਕ ਹੈ ਇਹ ਮਾਤਾ ਨਾਨਕੀ ਜੀ ਦੇਖ ਰਹੇ ਨੇ। ਤੇ ਦੇਖਦਿਆਂ ਦੇਖਦਿਆਂ ਮਾਤਾ ਨਾਨਕੀ ਜੀ ਨੇ ਇੱਕ ਦਿਨ ਵੇਖਿਆ ਕਿ ਭਾਈ ਮੀਹਾ ਜੀ ਆਪਣੀ ਦਸਤਾਰ ਸਜਾ ਰਹੇ ਸਨ। ਕੁਝ ਡੋਲ ਚੱਕ ਕੇ ਢਿੱਲੀ ਹੋ ਚੁੱਕੀ ਸੀ ਤੇ ਉਹਨਾਂ ਨੇ ਕੱਸ ਕੇ ਬੰਨਣਾ ਚਾਹੀ। ਤੇ ਮਾਤਾ ਨਾਨਕੀ ਜੀ ਕੀ ਵੇਖਦੇ ਹਨ ਕਿ ਇੱਕ ਜੀਵ ਭਾਈ ਮੀਹਾ ਜੀ ਦੇ ਸਿਰ ਦੇ ਵਿੱਚੋਂ ਹੇਠਾਂ ਡਿੱਗ ਪੈਂਦਾ ਹੈ। ਉਸ ਦਾ ਕਾਰਨ ਇਹ ਸੀ ਕਿ ਭਾਈ ਮੀਹਾ ਜੀ ਸਿਰ ਦੇ ਉੱਪਰ ਭਾਰੀ ਜਿਹੜਾ ਡੋਲ ਚੁੱਕਦੇ ਸਨ ਤੇ ਉਸ ਚੁੱਕਣ ਕਰਕੇ ਵਾਰ-ਵਾਰ ਪਾਣੀ ਪੈਣ ਕਰਕੇ ਸਿਰ ਦੇ ਵਿੱਚ ਜਿਹੜੇ ਜੀਵ ਸਨ ਉਹ ਪੈ ਚੁੱਕੇ ਸਨ। ਤੇ ਜਦੋਂ ਦਸਤਾਰ ਢਿੱਲੀ ਹੋਣ ਕਰਕੇ ਉਹ ਜਿਹੜਾ ਜੀਵ ਜਦੋਂ ਹੇਠਾਂ ਡਿੱਗਿਆ ਤੇ ਭਾਈ ਮੀਹਾ ਜੀ ਨੇ ਸੋਚਿਆ ਕਿ ਇਹ ਜਿਹੜਾ ਜੀਵ ਹੈ ਇਹ ਇੱਥੋਂ ਪਹਿਲਾਂ ਤਾਂ ਮੇਰੇ ਸਿਰ ਦਾ ਮਾਸ ਖਾਂਦਾ ਸੀ, ਹੁਣ ਇਸ ਨੂੰ ਭੋਜਨ ਕਿਹੜਾ ਦੇਵੇਗਾ। ਤੇ ਉਹ ਭਾਈ ਮੀਹਾ ਜੀ ਨੇ ਕੀਤਾ ਕਿ ਉਸ ਜੀਵ ਨੂੰ ਚੁੱਕ ਕੇ ਫਿਰ ਆਪਣੇ ਸਿਰ ਦੇ ਉੱਪਰ ਰੱਖ ਲਿਆ। ਤੇ ਮਾਤਾ ਨਾਨਕੀ ਜੀ ਦੂਰ ਖੜੇ ਦੇਖ ਰਹੇ ਨੇ ਕਿ ਕੁਝ ਹੇਠਾਂ ਚੀਜ਼ ਡਿੱਗੀ ਹੈ, ਪਤਾ ਨਹੀਂ ਕੀ ਭਾਈ ਮੀਹਾ ਜੀ ਨੇ ਫਿਰ ਸਿਰ ਦੇ ਉੱਪਰ ਰੱਖ ਲਈ ਹੈ। ਮਾਤਾ ਨਾਨਕੀ ਜੀ ਨੇ ਇਹ ਸਾਰੀ ਵਾਰਤਾ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੱਸੀ ਕਿ ਇਸ ਪ੍ਰਕਾਰ ਕੋਈ ਭਾਵਨਾ ਵਾਲਾ, ਸ਼ਰਧਾ ਰੱਖਣ ਵਾਲਾ ਭਾਈ ਮੀਹਾ ਜੀ ਹਨ। ਉਹਨਾਂ ਦਾ ਅਸੀਂ ਐਸਾ ਕੌਤਕ ਵੇਖਿਆ ਹੈ ਕਿ ਉਹਨਾਂ ਦੇ ਸਿਰ ਦੇ ਵਿੱਚੋਂ ਕੋਈ ਚੀਜ਼ ਹੇਠਾਂ ਡਿੱਗੀ ਸੀ, ਉਹਨਾਂ ਨੇ ਫਿਰ ਆਪਣੇ ਸਿਰ ਦੇ ਉੱਪਰ ਉਸ ਨੂੰ ਟਿਕਾ ਲਿਆ ਹੈ। ਕੁਝ ਸਮਾਂ ਬੀਤਿਆ, ਕੁਝ ਦਿਨ ਬੀਤੇ, ਉਸ ਭਾਵਨਾ ਵਾਲੇ ਗੁਰਸਿੱਖ ਭਾਈ ਮੀਹਾ ਜੀ ਦੀ ਮੁਲਾਕਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਹੋਈ। ਸਤਿਗੁਰਾਂ ਨੇ ਪੁੱਛਿਆ ਕਿ ਸਾਡੇ ਮਾਤਾ ਨਾਨਕੀ ਜੀ ਇਸ ਪ੍ਰਕਾਰ ਤੁਹਾਡੇ ਬਾਰੇ ਦੱਸਦੇ ਸਨ, ਤੁਸੀਂ ਦੱਸਣਾ ਕਰੋ ਕਿ ਉਹ ਕੀ ਕੌਤਕ ਸੀ। ਤੇ ਭਾਈ ਮੀਹਾ ਜੀ ਨੇ ਆਖਿਆ ਕਿ ਸਤਿਗੁਰੂ ਸਾਹਿਬ ਜੀਓ, ਮੇਰੇ ਸਿਰ ਦੇ ਉੱਪਰ ਕਿਰਮ ਪਏ ਹੋਏ ਨੇ, ਪਾਣੀ ਵਾਰ-ਵਾਰ ਪੈਣ ਕਰਕੇ ਮੇਰੇ ਸਿਰ ਦੇ ਉੱਪਰ ਜੀਵ ਪਏ ਹੋਏ ਨੇ।
ਤੇ ਜਦੋਂ ਮੈਂ ਦਸਤਾਰ ਸਜਾ ਰਿਹਾ ਸਾਂ ਤੇ ਉਸ ਵੇਲੇ ਇੱਕ ਜੀਵ ਹੇਠਾਂ ਡਿੱਗ ਪਿਆ। ਤੇ ਮੈਂ ਸੋਚਿਆ ਕਿ ਇਹ ਜਿਹੜਾ ਜੀਵ ਹੈ ਪਹਿਲਾਂ ਤੇ ਮੇਰੇ ਸਿਰ ਦਾ ਮਾਂਸ ਖਾਂਦਾ ਸੀ, ਇਸ ਤੋਂ ਬਾਅਦ ਇਹ ਕੀ ਖਾਏਗਾ। ਤੇ ਸਤਿਗੁਰਾਂ ਨੇ ਜਦੋਂ ਐਸੇ ਬਚਨ ਸੁਣੇ ਤੇ ਆਖਿਆ ਕਿ ਗੁਰਸਿੱਖਾ ਤੂੰ ਧੰਨ ਹੈ। ਭਾਈ ਕਨ੍ਹਈਏ ਜੇ ਵਰਗੇ ਦੇਖੋ ਕੈਸੇ ਗੁਰਸਿੱਖ ਹੋਏ ਨੇ, ਉਹਨਾਂ ਦੀ ਨਿਆਈ ਹੀ ਭਾਈ ਮੀਹਾਂ ਜੀ ਹੋਏ ਨੇ। ਕਿਉਂਕਿ ਇੱਕ ਸਮਾਂ ਮਨੁੱਖ ਦੇ ਉੱਪਰ ਐਸਾ ਵੀ ਆਉਂਦਾ ਹੈ, ਜਿਹੜੀ ਆਪਾਂ ਪਾਵਨ ਗੁਰਬਾਣੀ ਦੇ ਵਿੱਚ ਇਹ ਵਿਚਾਰ ਪੜ੍ਹਦੇ ਹਾਂ, ਸੁਣਦੇ ਹਾਂ ਕਿ ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਿ ਜਿੰਨਾ ਵੀ ਇਹ ਸੰਸਾਰ ਦਿਖ ਰਿਹਾ ਹੈ, ਉਹ ਮਨੁੱਖ ਸਾਰਿਆਂ ਦੇ ਵਿੱਚ ਇਹ ਜਾਣਦਾ ਹੈ ਕਿ ਜੇ ਕੋਈ ਮੈਨੂੰ ਬੁਰਾ ਵੀ ਬੋਲ ਰਿਹਾ ਹੈ ਤੇ ਉਹ ਵੀ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੀ ਬੋਲ ਰਹੀ ਹੈ। ਭਾਵ ਮੈਨੂੰ ਮੇਰੇ ਭਲੇ ਦੇ ਵਾਸਤੇ ਹੀ ਕੋਈ ਬਚਨ ਕਹੇ ਜਾ ਰਹੇ ਨੇ। ਜੇ ਕੋਈ ਮਾਰ ਰਿਹਾ ਹੈ ਤੇ ਉਹ ਵੀ ਸੋਚਦਾ ਹੈ ਕਿ ਮੇਰੇ ਭਲੇ ਲਈ ਮਾਰ ਰਹੇ ਨੇ। ਉਹਨਾਂ ਵਿੱਚ ਕੋਈ ਦਵੈਸ਼, ਕੋਈ ਈਰਖਾ ਨਹੀਂ ਆਉਂਦੀ। ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਪਾਵਨ ਬਚਨ ਹਨ ਕਿ ਮਾਨਸ ਕੀ ਜਾਨ ਸਭੈ ਏਕੈ ਪਹਿਚਾਨ ਬੋ। ਕਿ ਜਿਤਨੇ ਵੀ ਮਨੁੱਖ ਹਨ, ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਕੋਈ ਪੜ੍ਹਿਆ ਲਿਖਿਆ ਹੈ, ਚਾਹੇ ਕੋਈ ਅਨਪੜ੍ਹ ਹੈ। ਕਿਉਂਕਿ ਸਵੇਰੇ ਵੀ ਜਿਵੇਂ ਗੱਲ ਆਈ ਸੀ ਕਿ ਗੁਰੂ ਘਰ ਦੇ ਅੰਦਰ ਕੋਈ ਜਾਤ ਪਾਤ ਨਹੀਂ, ਕੋਈ ਨੀਵਾਂ ਉੱਚਾ ਨਹੀਂ ਹੈ। ਇੱਥੇ ਉਹੀ ਪ੍ਰਵਾਨ ਹੈ ਜਿਹੜਾ ਗੁਰੂ ਕੀ ਸ਼ਰਨ ਵਿੱਚ ਨਿਮਰਤਾ ਦੇ ਸਹਿਤ ਆਉਂਦਾ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਸਤਿਗੁਰਾਂ ਨੇ ਕੋਈ ਜਾਤ ਪਾਤ ਦੀ ਪਟੀਸ਼ਨ ਨਹੀਂ ਰੱਖੀ ਹੋਈ, ਕੋਈ ਸ਼ਰਤ ਨਹੀਂ ਰੱਖੀ ਹੋਈ ਕਿ ਫਲਾਣੀ ਜਾਤੀ ਵਾਲਾ ਹੀ ਤਰ ਸਕਦਾ ਹੈ, ਜਾਂ ਇਹ ਨਹੀਂ ਰੱਖੀ ਹੋਈ ਕਿ ਕੋਈ ਪੜ੍ਹਿਆ ਲਿਖਿਆ ਹੀ ਤਰ ਸਕਦਾ ਹੈ। ਕਿਉਂਕਿ ਹੋਰ ਧਰਮਾਂ ਦੇ ਵਿੱਚ ਤਾਂ ਐਸੀ ਇੱਕ ਮਰਿਆਦਾ ਹੈ ਕਿ ਜੇ ਕੋਈ ਪੜ੍ਹਿਆ ਲਿਖਿਆ, ਕੋਈ ਉੱਚੀ ਜਾਤੀ ਵਾਲਾ ਮਨੁੱਖ ਹੈ, ਬ੍ਰਾਹਮਣ ਜਾਤੀ ਵਾਲਾ ਕੋਈ ਮਨੁੱਖ ਹੈ, ਉਹੀ ਵੇਦ ਸ਼ਾਸਤਰਾਂ ਦੀ ਪੜ੍ਹਾਈ ਕਰ ਸਕਦਾ ਹੈ। ਪਰ ਜਿਹੜਾ ਗੁਰੂ ਘਰ ਦਾ ਸਿਧਾਂਤ ਇਹ ਆਖਦਾ ਹੈ ਕਿ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਵੀ ਇਹ ਪਾਵਨ ਬਚਨ ਆਉਂਦੇ ਨੇ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸ਼ੰਕਾ ਨਹੀਂ ਅੰਤ ਪਰਮਗਤ ਪਾਏ। ਕਿ ਚਾਹੇ ਇਸ ਪਾਵਨ ਗੁਰਬਾਣੀ ਨੂੰ ਕੋਈ ਸੁਣੇ, ਚਾਹੇ ਕੋਈ ਇਸ ਨੂੰ ਗਾਵਣਾ ਕਰੇ, ਇੱਕ ਇਹ ਵੀ ਵਿਚਾਰ ਹੈ, ਇੱਕ ਹੁੰਦਾ ਹੈ ਧਿਆਉਣਾ, ਇੱਕ ਹੁੰਦਾ ਹੈ ਗਾਉਣਾ। ਪਹਿਲਾਂ ਹੁੰਦੀ ਹੈ ਗਾਉਣ ਤੋਂ ਅਵਸਥਾ ਸ਼ੁਰੂ ਹੁੰਦੀ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ ਕਿ ਕੇਸੋ ਕੇਸੋ ਕੂਚੀ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ। ਕੂਕੀਐ ਦਾ ਅਰਥ ਹੈ ਉੱਚੀ ਬੋਲਣਾ, ਕਿ ਉੱਚੀ ਬੋਲ ਕੇ ਗੁਰਬਾਣੀ ਪੜ੍ਹਨੀ, ਉੱਚੀ ਬੋਲ ਕੇ ਨਾਮ ਜਪਣਾ। ਇਹ ਹੈ ਪਹਿਲੀ ਅਵਸਥਾ। ਇਸ ਤੋਂ ਬਾਅਦ ਅਵਸਥਾ ਆਉਂਦੀ ਹੈ ਧਿਆਉਣ ਦੀ, ਜਦੋਂ ਬੋਲਣ ਦੀ ਵੀ ਲੋੜ ਨਹੀਂ ਪੈਂਦੀ। ਇਸ ਲਈ ਜਿਹੜਾ ਗੁਰਸਿੱਖ ਹਿਰਦੇ ਘਰ ਦੇ ਅੰਦਰ ਧਿਆਉਣ ਵਾਲੀ ਅਵਸਥਾ ਦੇ ਵਿੱਚ ਚਲਾ ਗਿਆ, ਉਹ ਕਹਿੰਦੇ ਕਿ ਚਾਹੇ ਫਿਰ ਗੁਰਬਾਣੀ ਸੁਣੇ, ਚਾਹੇ ਉਹ ਗੁਰਬਾਣੀ ਪੜ੍ਹੇ, ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਨਹੀਂ, ਉਹ ਅੰਤ ਪਰਮ ਗਤ ਪਾਏ। ਜਿਹੜੀ ਪਰਮ ਗਤੀ ਹੈ, ਮੁਕਤੀ ਹੈ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਇਸੇ ਤਰ੍ਹਾਂ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਵਾਰਤਾ ਸੁਣ ਕਰਕੇ ਕਿ ਐਸੇ ਵੀ ਭਾਵਨਾ ਵਾਲੇ ਗੁਰਸਿੱਖ ਨੇ ਜਿਹੜੇ ਸੋਚਦੇ ਨੇ ਕਿ ਜੇ ਜੀਵ ਹੇਠਾਂ ਰਹੇਗਾ ਤੇ ਇਸ ਨੂੰ ਭੋਜਨ ਕੌਣ ਦੇਵੇਗਾ। ਤੇ ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਮੀਹਾਂ ਜੀ ਨੂੰ ਬਹੁਤ ਇਲਾਕਿਆਂ ਦਾ ਰਾਜ ਬਖਸ਼ਿਆ, ਤੇ ਨਾਲ ਜਿਹੜੇ ਸਾਜੋ ਸਮਾਨ ਸਨ
ਇੱਕ ਜਿਹੜੀ ਹੈ ਸ੍ਰੀ ਸਾਹਿਬ ਉਹ ਬਖਸ਼ੀ, ਨਗਾਰਾ ਬਖਸ਼ਿਆ। ਇਸ ਤਰ੍ਹਾਂ ਸਤਿਗੁਰਾਂ ਨੇ ਉਹਨਾਂ ਨੂੰ ਪ੍ਰਚਾਰ ਦੇ ਲਈ ਤੋਰਿਆ ਤੇ ਨਾਲ ਆਖਿਆ ਕਿ ਭਾਈ ਮੀਹਾਂ ਜੀ, ਅਸੀਂ ਤੁਹਾਡੇ ਇਸ ਲੋਕ ਦੇ ਵੀ ਸਹਾਈ ਹਾਂ ਤੇ ਤੁਹਾਡੇ ਅਸੀਂ ਪਰਲੋਕ ਦੇ ਵੀ ਸਹਾਈ ਹੋਵਾਂਗੇ। ਇਸ ਤਰ੍ਹਾਂ ਸਾਨੂੰ ਇਤਿਹਾਸ ਤੋਂ ਪੜ੍ਹ ਕੇ ਆਪਣੇ ਜਿਹੜੇ ਵੱਡੇ ਵਡੇਰੇ ਹਨ ਉਹਨਾਂ ਦੀ ਜਿਹੜੀ ਕਰਨੀ, ਜਿਹੜੀ ਰਹਿਣੀ ਬਹਿਣੀ ਸਹਿਣੀ ਕਹਿਣੀ ਹੈ, ਇਹ ਚਾਰ ਚੀਜ਼ਾਂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਕਿਉਂਕਿ ਉੱਦਾਂ ਤਾਂ ਗੁਰਸੰਗਤ ਵਿੱਚ ਆਉਣ ਦਾ ਬਹੁਤੇ ਤੋਂ ਬਹੁਤਾ ਫਲ ਹੁੰਦਾ ਹੈ, ਪਰ ਮੁੱਖ ਰੂਪ ਦੇ ਅੰਦਰ ਸੰਗਤ ਵਿੱਚੋਂ ਚਾਰ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਉਹ ਹੁੰਦੀ ਹੈ, ਸਭ ਤੋਂ ਪਹਿਲਾਂ ਸਾਨੂੰ ਪ੍ਰਾਪਤ ਹੁੰਦੀ ਹੈ ਬਹਿਣੀ, ਕਿ ਸੰਗਤ ਵਿੱਚ ਬੈਠਣਾ ਕਿਵੇਂ ਹੈ। ਸੰਗਤ ਵਿੱਚ ਬੈਠਣ ਤੋਂ ਬਾਅਦ ਇਹ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਕਿਹਨਾਂ ਦੇ ਪਾਸ ਬੈਠਣਾ ਹੈ, ਕਿਹੜੇ ਲੋਕਾਂ ਦੇ ਪਾਸ ਬੈਠਣਾ ਹੈ। ਉਹ ਸਾਨੂੰ ਸੰਗਤ ਕਰਦਿਆਂ ਕਰਦਿਆਂ ਬਚਨ ਆਉਂਦੇ ਨੇ ਗੁਰਬਾਣੀ ਦੇ ਵਿੱਚੋਂ। ਕੋਈ ਗਿਆਨੀ ਸਿੰਘ, ਕੋਈ ਗ੍ਰੰਥੀ ਸਿੰਘ, ਕੋਈ ਕੀਰਤਨੀਆ ਇਹ ਬਚਨ ਪੜ੍ਹਦਾ ਹੈ ਕਿ ਬਹੀਐ ਪੜ੍ਹਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਕਹਿੰਦੇ ਕਿ ਜੇ ਅਸੀਂ ਬਹਿਣਾ ਹੋਵੇ ਤੇ ਬੈਠਣਾ ਕਿਹਨਾਂ ਦੇ ਪਾਸ ਹੈ। ਜਿਹੜੇ ਕੋਈ ਪੜ੍ਹੇ ਲਿਖੇ ਸਿਆਣੇ, ਕੋਈ ਸੂਝਵਾਨ, ਜਿਨ੍ਹਾਂ ਦੀ ਸੁਮਤੀ ਹੈ, ਚੰਗੀ ਮੱਤ ਰੱਖਣ ਵਾਲੇ, ਚੰਗੀਆਂ ਵਿਚਾਰਾਂ ਵਾਲੇ ਨੇ, ਉਹਨਾਂ ਦੇ ਪਾਸ ਕਹਿੰਦੇ ਬੈਠਣਾ ਕਰੋ। ਕਹਿੰਦੇ ਕਿ ਉਹਨਾਂ ਕੋਲ ਕਿਉਂ ਬੈਠਣਾ ਹੈ। ਜਿਵੇਂ ਅੱਜ ਕੱਲ੍ਹ ਆਮ ਹੀ ਇੱਕ ਪ੍ਰਚਾਰ ਦਾ ਇੱਕ ਟਰੈਂਡ ਚੱਲਿਆ ਹੈ ਕਿ ਹਰ ਇੱਕ ਮਨੁੱਖ ਪੁੱਛਦਾ ਹੈ ਕਿ ਕੇਸ ਰੱਖਣੇ ਨੇ ਤੇ ਕਿਉਂ ਰੱਖਣੇ ਨੇ। ਉਸੇ ਤਰ੍ਹਾਂ ਹੀ ਇਹ ਜਿਹੜੀ ਪਾਵਨ ਪੰਕਤੀ ਹੈ, ਇਸ ਦੇ ਅੰਦਰ ਜੇ ਅਸੀਂ ਪੁੱਛੀਏ ਕਿ ਜਿਹੜਾ ਸਿਆਣਿਆਂ ਦੇ ਪਾਸ ਹੀ ਕਿਉਂ ਬੈਠਣਾ ਹੈ, ਹੋਰਨਾਂ ਦੇ ਕੋਲ ਕਿਉਂ ਨਹੀਂ ਬੈਠਣਾ, ਤੇ ਉਹ ਵੀ ਅੱਗੇ ਪਾਵਨ ਵਚਨ ਹਨ ਕਿ ਉਥੈ ਪਾਪ ਪੁੰਨ ਵਿਚਾਰੀਐ। ਕਹਿੰਦੇ ਜਿਹੜੇ ਸਿਆਣੇ ਗੁਰਸਿੱਖ ਹਨ, ਪੜ੍ਹੇ ਲਿਖੇ ਨੇ, ਉਹ ਕਹਿੰਦੇ ਪਾਪਾਂ ਔਰ ਪੁੰਨਾਂ ਦੀ ਵਿਚਾਰ ਕਰਦੇ ਨੇ ਕਿ ਜੇ ਅਸੀਂ ਇਹ ਕੰਮ ਕਰਾਂਗੇ ਸਾਨੂੰ ਪਾਪ ਲੱਗੇਗਾ, ਜੇ ਕਿਸੇ ਦਾ ਮਾੜਾ ਕਰਾਂਗੇ, ਕਿਸੇ ਦਾ ਬੁਰਾ ਸੋਚਾਂਗੇ ਤੇ ਸਾਨੂੰ ਪਾਪਾਂ ਦੀ ਪ੍ਰਾਪਤੀ ਹੋਵੇਗੀ, ਤੇ ਜੇ ਅਸੀਂ ਕਿਸੇ ਦਾ ਚੰਗਾ ਕਰਾਂਗੇ, ਕਿਸੇ ਦੀ ਸਹਾਇਤਾ ਕਰਾਂਗੇ, ਫਿਰ ਸਾਨੂੰ ਜਿਹੜੇ ਚੰਗੇ ਕਰਮ ਹਨ, ਪੁੰਨ ਹਨ, ਉਹਨਾਂ ਦੀ ਪ੍ਰਾਪਤੀ ਹੋਵੇਗੀ। ਤੇ ਨਾਲ ਹੋਰ ਕੀ ਪ੍ਰਾਪਤ ਹੁੰਦਾ ਹੈ, ਕੂੜੈ ਘਟੈ ਰਾਸ। ਜਿਹੜੀ ਸਾਡੀ ਝੂਠ ਬੋਲ ਬੋਲ ਕੇ ਜਿਹੜੀ ਸਮੱਗਰੀ ਇਕੱਠੀ ਕੀਤੀ ਹੋਈ ਹੈ, ਬਹੁਤੀ ਪੰਡ ਅਸੀਂ ਝੂਠ ਦੀ ਚੱਕੀ ਹੋਈ ਹੈ, ਉਹ ਕਹਿੰਦੇ ਜਿਹੜੀ ਰਾਸ ਪੂੰਜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਜਿਵੇਂ ਅਸੀਂ ਸੱਚੀਆਂ ਗੱਲਾਂ, ਚੰਗੀਆਂ ਵਿਚਾਰਾਂ ਸੁਣਦੇ ਹਾਂ ਤੇ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਤੇ ਉਸ ਤੋਂ ਬਾਅਦ ਸੰਗਤ ਵਿੱਚੋਂ ਸਭ ਤੋਂ ਪਹਿਲਾਂ ਸਾਨੂੰ ਬਹਿਣੀ, ਕਿ ਬੈਠਣਾ ਕਿਹਨਾਂ ਦੇ ਪਾਸ ਹੈ ਤੇ ਕਿਵੇਂ ਬੈਠਣਾ ਹੈ। ਤੇ ਦੂਸਰੀ ਫਿਰ ਸੰਗਤ ਵਿੱਚੋਂ ਬਹਿਣੀ ਔਰ ਰਹਿਣੀ, ਕਿ ਰਹਿਣਾ ਕਿਵੇਂ ਹੈ। ਜ਼ਰੂਰੀ ਨਹੀਂ ਹੁੰਦਾ ਕਿ ਕੋਈ ਮਨੁੱਖ ਬਹੁਤੇ ਮਹਿੰਗੇ ਕੱਪੜੇ ਪਾ ਕੇ ਹੀ ਸੰਸਾਰ ਦੇ ਵਿੱਚ ਸੁੰਦਰ ਲੱਗਦਾ ਹੈ। ਗੁਰਮਤਿ ਦੀ ਇਹ ਰਹਿਣੀ ਹੈ ਕਿ ਕੋਈ ਵੀ ਜਿਹੜੇ ਵਸਤਰ, ਸਾਦੇ ਵਸਤਰ ਪਾ ਕਰਕੇ, ਸਿਰਫ ਇਹ ਹੈ ਕਿ ਉਹ ਧੋਤੇ ਸਵਾਰੇ ਹੋਣ। ਫਿਰ ਗੁਰੂ ਕੀ ਮਰਿਆਦਾ ਜਿਹੜੀ ਹੈ ਉਹ ਸਾਨੂੰ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਕਿਉਂਕਿ ਰਹਿਣੀ ਦਾ ਅਰਥ ਮਰਿਆਦਾ ਵੀ ਹੈ, ਕਿ ਕੀ ਮਰਿਆਦਾ ਹੈ। ਗੁਰਬਾਣੀ ਪੜ੍ਹਨ ਵੇਲੇ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਹੈ, ਕਥਾ ਕਰਨ ਵੇਲੇ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਹੈ, ਸੰਗਤ ਵਿੱਚ ਆਉਣ ਲੱਗਿਆਂ ਕਿੰਨਾ ਗੱਲਾਂ ਦਾ ਖਿਆਲ ਰੱਖਣਾ ਹੈ। ਇਹਨਾਂ ਵਿਚਾਰਾਂ ਦੀ ਪ੍ਰਾਪਤੀ ਸਾਨੂੰ ਸੰਗਤ ਵਿੱਚੋਂ ਹੁੰਦੀ ਹੈ। ਉਸ ਤੋਂ ਬਾਅਦ ਹੈ ਰਹਿਣੀ ਬਹਿਣੀ ਸਹਿਣੀ। ਤੀਸਰਾ ਜਿਹੜਾ ਗੁਣ ਹੈ ਸੰਗਤ ਵਿੱਚੋਂ ਇਹ ਪ੍ਰਾਪਤ ਹੁੰਦਾ ਹੈ ਕਿ ਜੇ ਕੋਈ ਗਾਹੇ ਅਵਗਾਹੇ ਸਾਨੂੰ ਬੋਲ ਕਬੋਲ ਬੋਲ ਵੀ ਜਾਵੇ, ਸਾਨੂੰ ਕੋਈ ਮਾੜੇ ਬਚਨ ਆਖ ਵੀ ਜਾਵੇ, ਉਸ ਨੂੰ ਸਹਾਰ ਲੈਣਾ।
ਕਿਉਂਕਿ ਤਪ ਨਾ ਖਿਮਾ ਸਮਝਾਨ। ਪੰਡਤ ਹਰਦਿਆਲ ਜੀ ਦੇ ਪਾਵਨ ਬਚਨ ਹਨ ਕਿ ਕਿਸੇ ਦੇ ਜਿਹੜੇ ਗੁਨਾਹ ਹਨ ਉਹਨਾਂ ਨੂੰ ਮਾਫ ਕਰ ਦੇਣਾ, ਇਸ ਦੇ ਨਾਲੋਂ ਕੋਈ ਵੱਡਾ ਤਪ ਨਹੀਂ ਅੱਜ ਤੱਕ ਹੋਇਆ। ਉਸ ਦਾ ਕਾਰਨ ਇਹ ਹੈ ਕਿਉਂਕਿ ਜਿਹੜਾ ਤਪ ਹੈ ਇਹ ਸਰੀਰ ਨੂੰ ਤਪਾ ਕੇ ਹੁੰਦਾ ਹੈ, ਸਰੀਰ ਨੂੰ ਕਸ਼ਟ ਦੇ ਕੇ ਫਿਰ ਹੀ ਜਿਹੜੇ ਤਪੱਸਵੀ ਲੋਕ ਹਨ ਤਪ ਕਰਦੇ ਨੇ। ਤੇ ਜਦੋਂ ਕਿਸੇ ਨੂੰ ਖਿਮਾ ਕਰਨਾ ਹੋਵੇ, ਆਪਾਂ ਓਨੀ ਦੇਰ ਕਿਸੇ ਨੂੰ ਖਿਮਾ ਨਹੀਂ ਕਰ ਸਕਦੇ ਜਿੰਨਾ ਚਿਰ ਆਪਾਂ ਉਸ ਦੀ ਕਹੀ ਹੋਈ ਗੱਲ ਨੂੰ ਸਹਾਰ ਨਾ ਲਈਏ। ਸਹਾਰਨਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਹਰ ਇੱਕ ਮਨੁੱਖ ਆਪਦੇ ਵਿੱਚ ਕੁਝ ਨਾ ਕੁਝ ਬਣਿਆ ਹੋਇਆ, ਕੁਝ ਨਾ ਕੁਝ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਵੀ ਕੁਝ ਇਸ ਦੁਨੀਆ ਦੇ ਵਿੱਚ ਹਾਂ। ਇਸ ਲਈ ਪੰਡਤ ਹਰਦਿਆਲ ਜੀ ਦੇ ਵੀ ਬਚਨ ਹਨ ਕਿ ਤਪ ਨਾ ਖਿਮਾ ਸਮਝਾਨ। ਇੱਕ ਆਮ ਇੱਕ ਇਹ ਵੀ ਗੱਲ ਹੈ ਕਿ ਜੇ ਕੋਈ ਤਗੜਾ ਮਨੁੱਖ ਗਲਤੀ ਕਰਦਾ ਹੈ ਤੇ ਆਪਾਂ ਖਿਮਾ ਕਰਨ ਲੱਗੇ ਦੇਰ ਨਹੀਂ ਲਾਉਂਦੇ। ਆਪਾਂ ਸੋਚਦੇ ਹਾਂ ਕਿ ਚਲੋ ਵੱਡਾ ਮਨੁੱਖ ਹੈ, ਜੇ ਕੋਈ ਗੱਲ ਬੋਲ ਵੀ ਗਿਆ ਹੈ ਤੇ ਤਾਂ ਵੀ ਕੋਈ ਨਾ। ਪਰ ਜੇ ਕੋਈ ਮਾੜਾ ਮਨੁੱਖ ਵੀ ਆਪਾਂ ਨੂੰ ਕੋਈ ਬੋਲ ਕਬੋਲ ਬੋਲ ਦੇਵੇ, ਉਸ ਨੂੰ ਖਿਮਾ ਕਰ ਦੇਣਾ ਇਹ ਬੜਾ ਔਖਾ ਹੈ। ਇਸ ਲਈ ਸਾਨੂੰ ਸੰਗਤ ਵਿੱਚੋਂ ਇਹ ਤੀਸਰੇ ਗੁਣ ਦੀ ਪ੍ਰਾਪਤੀ ਹੁੰਦੀ ਹੈ, ਉਹ ਹੈ ਸਹਿਣਾ। ਤੇ ਚੌਥਾ ਹੈ ਰਹਿਣੀ ਬਹਿਣੀ ਕਹਿਣੀ। ਜਿਹੜਾ ਕਹਿਣਾ ਕਿਵੇਂ ਹੈ ਕਿ ਬੋਲਣਾ ਕਿਵੇਂ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਵਨ ਵਾਕ ਹਨ ਕਿ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਬੋਲਣਾ ਕੀ ਹੈ? ਸੱਚ ਬੋਲਣਾ ਹੈ। ਪਾਵਨ ਇਤਿਹਾਸ 'ਚੋਂ ਸਾਨੂੰ ਸੱਚ ਔਰ ਝੂਠ ਦੀ ਬਾਬਤ ਵੀ ਬਹੁਤ ਵਿਚਾਰਾਂ ਪ੍ਰਾਪਤ ਹੁੰਦੀਆਂ ਨੇ। ਕਈ ਵਾਰ ਆਪਾਂ ਕੁਝ ਵਿੱਦਿਆ ਪੜ੍ਹ ਕਰਕੇ ਜਾਂ ਕੁਝ ਕਥਾ ਵਿਚਾਰਾਂ ਸੁਣ ਕਰਕੇ ਇਹ ਵੀ ਗੱਲ ਸੋਚਦੇ ਹਾਂ ਕਿ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਪਰ ਇਤਿਹਾਸ ਦੇ ਅੰਦਰ ਕੁਝ ਵਿਚਾਰ ਇੱਦਾਂ ਵੀ ਆਈ ਹੈ, ਕਹਿੰਦੇ ਕਿ ਜਿਵੇਂ ਕੋਈ ਮਨੁੱਖ ਕਿਸੇ ਜਗ੍ਹਾ ਦੇ ਉੱਪਰ ਤਪ ਕਰ ਰਿਹਾ ਹੋਵੇ ਤੇ ਉਸ ਦੇ ਪਾਸੋਂ ਕੋਈ ਜਿਹੜੀ ਗਾਈ ਹੈ ਉਹ ਦੌੜ ਕੇ ਚਲੀ ਜਾਵੇ ਤੇ ਉਸ ਦੇ ਮਗਰ ਜੇ ਕੋਈ ਕਸਾਈ ਪਿਆ ਹੋਵੇ, ਉਸ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਉਦੋਂ ਕਹਿੰਦੇ ਕੋਈ ਉਸ ਕਸਾਈ ਜਿਹੜਾ ਹੈ ਉਸ ਸਾਧੂ ਮਹਾਤਮਾ ਨੂੰ ਆਣ ਕੇ ਪੁੱਛੇ ਕਿ ਤੂੰ ਇੱਧਰੋਂ ਕੋਈ ਗਾਈ ਜਾਂਦੀ ਵੇਖੀ ਹੈ? ਤੇ ਉਹ ਆਖੇ ਕਿ ਮੈਂ ਨਹੀਂ ਵੇਖੀ। ਚਾਹੇ ਉਸ ਨੇ ਵੇਖੀ ਵੀ ਹੋਵੇ, ਇਹ ਵੀ ਇੱਕ ਸੱਚ ਦੇ ਵਾਂਗ ਹੈ। ਕਿਉਂ ਹੈ? ਕਿਉਂਕਿ ਉੱਥੇ ਕਿਸੇ ਦੀ ਜਾਨ ਬਚ ਰਹੀ ਹੈ, ਕਿਸੇ ਦਾ ਭਲਾ ਹੋ ਰਿਹਾ ਹੈ। ਇਸ ਲਈ ਕਈ ਵਾਰ ਕਿਉਂਕਿ ਉਸ ਸਾਧੂ ਮਹਾਤਮਾ ਦੇ ਉਸ ਵੇਲੇ ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਕੋਈ ਵਲ ਛਲ ਨਹੀਂ, ਕਿਉਂਕਿ ਉਹ ਕਿਸੇ ਦੇ ਭਲਾ ਕਰਨ ਦੇ ਲਈ ਕੋਈ ਝੂਠ ਬੋਲ ਰਿਹਾ ਹੈ। ਤੇ ਜਿਹੜਾ ਸੱਚ ਕਿਸੇ ਦੇ ਲਈ ਦੁਖਦਾਈ ਹੋਵੇ, ਜਿਵੇਂ ਇਹ ਕਹਿਣਾ ਕਰੋ ਕਿ ਕਿਸੇ ਮਨੁੱਖ ਦਾ ਕੋਈ ਜਿਹੜਾ ਬੱਚਾ ਹੈ ਉਹ ਕਿਸੇ ਦੂਸਰੇ ਜਗ੍ਹਾ 'ਤੇ ਗਿਆ ਹੋਵੇ ਤੇ ਕਿਸੇ ਮਨੁੱਖ ਨੂੰ ਪਤਾ ਹੋਵੇ ਕਿ ਉਹ ਕਿਤੇ ਹੋਰ ਜਗ੍ਹਾ ਜਾ ਕੇ ਚੜ੍ਹਾਈ ਕਰ ਗਿਆ ਹੈ ਤੇ ਉਹਨਾਂ ਦੇ ਘਰ ਪਰਿਵਾਰ ਨੂੰ ਆਣ ਕੇ ਦੱਸਣਾ ਵੀ ਪਵੇਗਾ। ਪਰ ਇੱਕ ਹੁੰਦਾ ਹੈ ਕਿ ਸਿੱਧਾ ਆਣ ਕੇ ਜਿਹੜੀ ਖਬਰਸਾਰ ਦੇ ਦੇਣੀ। ਪਰ ਕੁਝ ਠਰਮੇ ਦੇ ਲਈ ਕਈ ਵਾਰ ਮਾਤਾਵਾਂ ਇੰਨਾ ਕੁ ਸਦਮਾ ਕਰਦੀਆਂ ਨੇ ਕਿ ਉਹਨਾਂ ਨੂੰ ਝੂਠ ਵੀ ਬੋਲਣਾ ਪੈਂਦਾ ਕਿ ਕੋਈ ਗੱਲ ਨਹੀਂ, ਤੇਰਾ ਪੁੱਤਰ ਆ ਜਾਵੇਗਾ। ਐਸਾ ਜਿਹੜਾ ਬੋਲਿਆ ਹੋਇਆ ਝੂਠ ਹੈ ਉਹ ਵੀ ਸੱਚ ਦੀ ਨਿਆਈ ਹੁੰਦਾ ਹੈ। ਇਸ ਲਈ ਸੰਗਤ ਵਿੱਚੋਂ ਇਹਨਾਂ ਮਹਾਨ ਵਿਚਾਰਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਕਿਸੇ ਦੇ ਨਾਲ ਬੋਲਣਾ ਕਿਵੇਂ ਹੈ, ਫਿਰ ਕਿਹੜੇ ਮਨੁੱਖ ਨੂੰ ਕਿਸ ਤਰ੍ਹਾਂ ਬੋਲਣਾ ਹੈ। ਕਈ ਵਾਰ ਅਸੀਂ ਕਿਸੇ ਦੀ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਨਾ ਕਿਸੇ ਦੀ ਝੂਠੀ ਉਸਤਤੀ ਕਰਨ ਲਈ ਹੁਕਮ ਕਰਦੀ ਹੈ ਤੇ ਨਾ ਹੀ ਝੂਠੀ ਜਿਹੜੀ ਨਿੰਦਾ ਹੈ ਉਹਦੀ ਪ੍ਰਵਾਨਗੀ ਦਿੰਦੀ ਹੈ। ਇਹ ਆਖਦੀ ਹੈ ਕਿ ਜੋ ਹੈ ਉਹ ਬੋਲੋ, ਕਿਉਂਕਿ ਜਿਨ ਮਨ ਹੋਰ ਮੁਖ ਹੋਰ
ਸੇ ਕਾਂਢੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਗੱਲਾਂ ਨੇ, ਮੁਖ ਦੇ ਉੱਪਰੋਂ ਕੁਝ ਹੋਰ ਨੇ, ਉਹ ਤੇ ਕੱਚੇ ਭਾਂਡੇ ਦੇ ਵਾਂਗ ਹਨ, ਪੂਰੇ ਕੱਚੇ ਹਨ। ਇਸ ਲਈ ਜਿਹੜਾ ਪਾਵਨ ਇਤਿਹਾਸ ਹੈ, ਵਿਚਾਰ ਇਹ ਕਰ ਰਹੇ ਸਾਂ ਕਿ ਇਤਿਹਾਸ ਪੜ੍ਹਨ ਸੁਣਨ ਦਾ ਸਾਨੂੰ ਫਲ ਕੀ ਪ੍ਰਾਪਤ ਹੁੰਦਾ ਹੈ। ਉਹ ਹੁੰਦਾ ਹੈ ਕਿ ਇੱਕ ਤਾਂ ਆਪਾਂ ਕਿੰਨਾ ਵਾਰਸਾਂ, ਕਿੰਨਾ ਬਜ਼ੁਰਗਾਂ ਦੇ ਵਾਰਸ ਹਾਂ। ਸਾਡੇ ਜਿਹੜੇ ਵੱਡੇ ਵਡੇਰੇ ਨੇ ਉਹ ਕੌਣ ਹੋਏ ਨੇ, ਇਹਨਾਂ ਗੱਲਾਂ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਤੇ ਦੂਸਰੇ ਜਿਹੜੇ ਚੰਗੇ ਗੁਣ ਹਨ, ਉਹਨਾਂ ਦੇ ਜੀਵਨ ਤੋਂ ਸਾਨੂੰ ਜੋ ਸੇਧ ਮਿਲਦੀ ਹੈ, ਉਹ ਪਾਵਨ ਇਤਿਹਾਸ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਜਿਹੜਾ ਇਤਿਹਾਸ ਹੈ ਇਹ ਪੜ੍ਹਨਾ ਬਹੁਤ ਲਾਜ਼ਮੀ ਹੈ, ਸੁਣਨਾ ਬਹੁਤ ਲਾਜ਼ਮੀ ਹੈ। ਇਸ ਦੇ ਨਾਲ ਜਿਹੜੀ ਗੁਰਬਾਣੀ ਹੈ, ਇਸ ਦੇ ਉੱਪਰ ਜਿਹੜੀ ਹੋਰ ਨਿਸ਼ਚਾ ਹੁੰਦੀ ਹੈ, ਹੋਰ ਜਿਹੜਾ ਭਰੋਸਾ ਹੈ ਉਹ ਵੱਧਦਾ ਹੈ। ਜਿਵੇਂ ਕੱਲ੍ਹ ਦੇ ਪ੍ਰਸੰਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਸਤਿਗੁਰਾਂ ਦੇ ਪਾਵਨ ਹਜ਼ੂਰ ਭਾਈ ਰਾਮਾ ਜੀ, ਜੋ ਮਾਤਾ ਅਨੰਤੀ ਜੀ ਦੇ ਪਿਤਾ ਜੀ ਹਨ, ਉਹਨਾਂ ਨੇ ਆਪਣੀ ਲੜਕੀ ਮਾਤਾ ਅਨੰਤੀ ਜੀ ਦਾ ਜੋ ਸ਼ੁਭ ਵਿਆਹ ਆਨੰਦ ਕਾਰਜ ਹੈ, ਬਾਬਾ ਗੁਰਦਿੱਤਾ ਜੀ ਨਾਲ ਕਰਨਾ ਚਾਹਿਆ। ਸਤਿਗੁਰਾਂ ਨੇ ਭਾਈ ਰਾਮਾ ਜੀ ਦੀ ਜੋ ਬੇਨਤੀ ਹੈ ਉਸ ਨੂੰ ਪ੍ਰਵਾਨ ਕੀਤਾ, ਤੇ ਭਾਈ ਰਾਮਾ ਜੀ ਨੇ ਇਹ ਸਾਰੀ ਵਾਰਤਾ ਆਪਣੇ ਘਰ ਬਟਾਲੇ ਵਿਖੇ ਜਾ ਕਰਕੇ ਆਪਣੀ ਧਰਮ ਪਤਨੀ ਸੁਖਦੇਵੀ ਨੂੰ ਦੱਸਣਾ ਕੀਤਾ ਕਿ ਜਿਹੜਾ ਰਿਸ਼ਤਾ ਹੈ ਉਸ ਲਈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੰਨ ਗਏ ਹਨ। ਤੇ ਸੁਣਦਿਆਂ ਸਾਰ ਮਾਤਾ ਸੁਖਦੇਵੀ ਜੀ, ਜੋ ਭਾਈ ਰਾਮਾ ਜੀ ਦੀ ਧਰਮ ਪਤਨੀ ਸੀ, ਬਹੁਤ ਖੁਸ਼ ਪ੍ਰਸੰਨ ਹੋਏ। ਉਹਨਾਂ ਨੇ ਚੰਗੇ ਗੁਰਸਿੱਖਾਂ ਦੇ ਨਾਲ ਜਿਹੜੀ ਵਿਆਹ ਦੀ ਤਰੀਕ ਸੀ ਉਸ ਨੂੰ ਤੈਅ ਕੀਤਾ, ਤੇ ਸਿਆਣਾ ਜਿਹੜਾ ਗੁਰਸਿੱਖ ਸੀ ਉਸ ਨੂੰ ਜਿਹੜੀ ਸਾਹੇ ਦੀ ਚਿੱਠੀ ਹੈ ਉਹ ਦੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ, ਤੇ ਨਾਲ ਬੇਨਤੀ ਕੀਤੀ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਅਸੀਂ ਤੁਹਾਨੂੰ ਚਰਨ ਬੰਦਨਾ ਕਰਦੇ ਹੋਏ ਬੇਨਤੀ ਕਰਦੇ ਹਾਂ ਕਿ ਸਾਡੇ ਘਰ ਪਰਿਵਾਰ ਦੇ ਅੰਦਰ ਇਹ ਸਲਾਹ ਹੋਈ ਹੈ ਕਿ ਜਿਹੜਾ 21 ਵੈਸਾਖ ਹੈ, ਇਹ ਅਸੀਂ ਵਿਆਹ ਦੇ ਲਈ ਜਿਹੜਾ ਦਿਨ ਤੈਅ ਕੀਤਾ ਹੈ, ਜੇ ਆਪ ਜੀ ਨੂੰ ਚੰਗਾ ਲੱਗਦਾ ਹੋਵੇ, ਆਪ ਜੀ ਨੂੰ ਵੀ ਇਹ ਦਿਨ ਠੀਕ ਬੈਠਦਾ ਹੋਵੇ, ਠੀਕ ਲੱਗਦਾ ਹੋਵੇ, ਤੇ ਆਪ ਜੀ ਸਾਨੂੰ ਪ੍ਰਵਾਨਗੀ ਦੇਵੋ। ਤੇ ਸਤਿਗੁਰਾਂ ਨੇ ਉਸ ਜਿਹੜਾ ਸਾਹੇ ਦੀ ਚਿੱਠੀ ਲੈ ਕੇ ਗੁਰਸਿੱਖ ਆਇਆ ਸੀ, ਉਸ ਨੂੰ 2 ਦਿਨ ਆਪਣੇ ਪਾਸ ਰੱਖਿਆ, ਉਸ ਦੀ ਸੇਵਾ ਕੀਤੀ, ਤੇ ਮਾਤਾ ਗੰਗਾ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਕਿ ਇਸ ਪ੍ਰਕਾਰ ਗੁਰਸਿੱਖ ਆਏ ਨੇ। ਤੇ ਮਾਤਾ ਗੰਗਾ ਜੀ ਦੀ ਵੀ ਸਲਾਹ ਲੈ ਕਰਕੇ ਆਪਣੀ ਸਿਆਣਪ ਜਣਾਉਂਦਿਆਂ ਹੋਇਆਂ ਸਤਿਗੁਰਾਂ ਨੇ ਇਹ 21 ਵੈਸਾਖ ਵਾਲਾ ਦਿਨ ਹੀ ਤੈਅ ਕਰ ਦਿੱਤਾ। ਤੇ ਗੁਰੂ ਘਰ ਦੇ ਅੰਦਰ ਬਹੁਤ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ। ਮਾਤਾ ਗੰਗਾ ਜੀ ਨੇ ਗੁਰਸਿੱਖਾਂ ਦੀ ਹਰ ਜਗ੍ਹਾ ਦੇ ਉੱਪਰ ਡਿਊਟੀ ਲਾ ਕਰਕੇ ਜਿਹੜੀ ਮਠਿਆਈ ਪਕਵਾਨ ਆਦਿਕ ਨੇ ਬਹੁਤੇ ਤੋਂ ਬਹੁਤੇ ਤਿਆਰ ਕਰਵਾਏ ਨੇ, ਤੇ ਗੁਰਸਿੱਖ ਸੰਗਤਾਂ ਨੂੰ ਔਰ ਜਿਹੜੇ ਖਾਸ ਗੁਰਸਿੱਖ ਹਨ, ਰਿਸ਼ਤੇਦਾਰੀ ਸੰਬੰਧ ਰੱਖਣ ਵਾਲੇ, ਉਹਨਾਂ ਨੂੰ ਸੱਦਾ ਪੱਤਰ ਭੇਜਣ ਦੇ ਨਾਲ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਮਠਿਆਈਆਂ ਹਨ ਉਹ ਵੀ ਭੇਜ ਰਹੇ ਹਨ। ਸੋ ਜਿਸ ਪ੍ਰਕਾਰ ਅੱਗੇ ਪਾਵਨ ਪ੍ਰਸੰਗ ਆ ਰਿਹਾ ਹੈ, ਕਿਸ ਪ੍ਰਕਾਰ ਕਿੱਥੇ ਕਿੱਥੇ ਗੁਰਸਿੱਖਾਂ ਨੇ ਜਾ ਕੇ ਜਿਹੜੀਆਂ ਮਠਿਆਈਆਂ ਗੁਰਸਿੱਖਾਂ ਨੂੰ ਦਿੱਤੀਆਂ, ਉਹ ਜੋ ਪਾਵਨ ਪ੍ਰਸੰਗ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਪ੍ਰਥਮ ਖਡੂਰ ਸੋ ਗੋਇੰਦਵਾਲ। ਇਸ ਪ੍ਰਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਵਨ ਬਚਨ ਲਿਖਦੇ ਹਨ ਕਿ ਮਾਤਾ ਗੰਗਾ ਜੀ ਨੇ ਮਠਿਆਈਆਂ ਤਿਆਰ ਕਰਵਾ ਕਰਕੇ ਜਿਹੜੇ ਖਡੂਰ ਸਾਹਿਬ
ਸ੍ਰੀ ਖਡੂਰ ਸਾਹਿਬ ਔਰ ਸ੍ਰੀ ਗੋਇੰਦਵਾਲ ਇਹਨਾਂ ਇਲਾਕਿਆਂ ਦੇ ਵਿੱਚ ਗੁਰਸਿੱਖ ਸੰਗਤਾਂ ਨੂੰ ਸੱਦਾ ਪੱਤਰ ਭੇਜਣ ਦੇ ਲਈ ਜਿਹੜੀਆਂ ਮਠਿਆਈਆਂ ਹਨ ਉਹਨਾਂ ਨੂੰ ਭੇਜਣਾ ਕੀਤਾ। ਗੰਗ ਮਾਤ ਨੇ ਪਠੀ ਵਿਸਾਲ। ਵਿਸਾਲ ਦਾ ਅਰਥ ਹੈ ਬਹੁਤੀ, ਭਾਵ ਕਿਸੇ ਵੀ ਪ੍ਰਕਾਰ ਦੀ ਕੋਈ ਕੰਜੂਸਤਾਈ ਨਹੀਂ ਕੀਤੀ, ਕਿਉਂਕਿ ਘਰ ਦੇ ਅੰਦਰ ਬਹੁਤ ਖੁਸ਼ੀਆਂ ਵਾਲਾ ਮਾਹੌਲ ਆਇਆ ਹੈ। ਇਸ ਲਈ ਮਾਤਾ ਗੰਗਾ ਜੀ ਨੇ ਭਾਵਨਾ ਦੇ ਨਾਲ ਬਹੁਤੀ ਜਿਹੜੀ ਮਠਿਆਈ ਹੈ ਉਸ ਨੂੰ ਭੇਜਣਾ ਕੀਤਾ। ਮੰਡਿਆਲੀ ਡਰੋਲੀ ਡੱਲੇ। ਇਸ ਪ੍ਰਕਾਰ ਮੰਡਿਆਲੀ ਸ਼ਹਿਰ ਦੇ ਵਿੱਚ ਔਰ ਡਰੋਲੀ ਸ਼ਹਿਰ ਵਿਖੇ ਔਰ ਭਾਈ ਕੇ ਡੱਲੇ ਵਿਖੇ ਇਹ ਜਿਹੜੀਆਂ ਮਠਿਆਈਆਂ ਹਨ ਗੁਰਸਿੱਖ ਸੰਗਤਾਂ ਨੂੰ ਭੇਜਣਾ ਕੀਤੀਆਂ। ਦੇ ਪਕਵਾਨ ਦੂਧ ਗਨ ਘੱਲੇ। ਇਸ ਪ੍ਰਕਾਰ ਮਾਤਾ ਜੀ ਨੇ ਮਠਿਆਈ ਦੇ ਕਰਕੇ ਜਿਹੜੇ ਸਰੀਰ ਦੇ ਵਿੱਚ ਬਲੀ ਗੁਰਸਿੱਖ ਸਨ ਉਹਨਾਂ ਨੂੰ ਭੇਜਣਾ ਕੀਤਾ। ਰਾਮਦਾਸਪੁਰ ਮਹਿ ਘਰ ਸਾਰੇ। ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਸਾਰੇ ਨਗਰ ਦੇ ਵਿੱਚ ਹੀ ਪਾਠ ਕਰ ਤਿਨਹੁ ਆਨੰਦ ਕੋ ਧਾਰੇ। ਇਸ ਪ੍ਰਕਾਰ ਮਾਤਾ ਗੰਗਾ ਜੀ ਨੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮਠਿਆਈਆਂ ਹਨ ਉਹਨਾਂ ਨੂੰ ਗੁਰਸਿੱਖਾਂ ਦੇ ਪਾਸ ਘਰਾਂ ਦੇ ਵਿੱਚ ਭੇਜ ਕਰਕੇ ਬਹੁਤ ਆਨੰਦ ਪ੍ਰਸੰਨ ਹੋ ਰਹੇ ਹਨ। ਆਪਰ ਜੇ ਮੰਗਲ ਅਨਕ ਪ੍ਰਕਾਰੇ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਹਨ, ਜਿਨ੍ਹਾਂ ਇਸਤਰੀਆਂ ਦੀ, ਜਿਨ੍ਹਾਂ ਗੁਰਸਿੱਖ ਭੈਣਾਂ ਦੀ ਜਿਹੜੀ ਆਵਾਜ਼ ਸੁੰਦਰ ਹੈ ਉਹ ਗੁਰਬਾਣੀ ਦੇ ਜਿਹੜੇ ਗੀਤ ਨੇ ਧਾਰਨਾ ਰੂਪ ਵਿੱਚ ਗਾਉਂਦੇ ਨੇ। ਕੋਈ ਮਾਤਾ ਜੀ ਨੂੰ ਆਣ ਕੇ ਵਧਾਈਆਂ ਦਿੰਦੇ ਨੇ ਕਿ ਤੁਹਾਡੇ ਪੋਤਰੇ ਬਾਬਾ ਗੁਰਦਿੱਤਾ ਜੀ ਦੀ ਜੋ ਸ਼ਾਦੀ ਹੋ ਰਹੀ ਹੈ। ਇਸ ਪ੍ਰਕਾਰ ਘਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਮੰਗਲ ਹਨ ਉਹ ਹੋ ਰਹੇ ਹਨ। ਕਰਤ ਰਹੇ ਜਿਮ ਗੰਗ ਉਚਾਰੇ। ਇਸ ਪ੍ਰਕਾਰ ਜਿਵੇਂ ਜਿਵੇਂ ਮਾਤਾ ਗੰਗਾ ਜੀ ਨੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਇਹ ਕਾਰਜ ਇੱਦਾਂ ਕਰ ਲੈਣਾ ਕਰੋ, ਕਿਉਂਕਿ ਮਾਤਾ ਗੰਗਾ ਜੀ ਘਰ ਦੇ ਵਿੱਚ ਸਾਰਿਆਂ ਤੋਂ ਵੱਡੇ ਨੇ ਤੇ ਸਿਆਣੇ ਨੇ, ਇਸ ਲਈ ਉਹਨਾਂ ਨੇ ਇਹ ਕਾਰਜ ਨੂੰ ਸਾਂਭਿਆ ਹੋਇਆ ਕਿ ਕਿਹੜਾ ਕਾਰਜ ਕਿਸ ਪ੍ਰਕਾਰ ਕਰਨਾ ਹੈ, ਕਿਹੜੀਆਂ ਕਿਹੜੀਆਂ ਮਠਿਆਈਆਂ ਪਕਵਾਨ ਤਿਆਰ ਕਰਨੇ ਹਨ, ਕਿਵੇਂ ਵਸਤਰ ਤਿਆਰ ਕਰਨੇ ਹਨ, ਕਿਹੜੇ ਇਲਾਕੇ ਵਿੱਚ ਕਿਸ ਗੁਰਸਿੱਖ ਨੇ ਜਾਣਾ ਹੈ। ਇਹ ਸਾਰੀ ਜਿਹੜੀ ਤਿਆਰੀ ਹੈ ਮਾਤਾ ਗੰਗਾ ਜੀ ਕਰ ਰਹੇ ਹਨ। ਵਿਧੀਏ ਕੋ ਸਭ ਸੌਂਪ ਸਮਾਜਾ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਕੋਈ ਘੋੜੇ ਆਦਿਕ ਤਿਆਰ ਕਰਨ ਦਾ, ਗੁਰਸਿੱਖਾਂ ਦੇ ਜਿਹੜੇ ਸ਼ਸਤਰ ਬਸਤਰ ਲਿਆਉਣ ਦਾ, ਇਹ ਸਾਰਾ ਜਿਹੜਾ ਕਾਰਜ ਹੈ ਸਤਿਗੁਰਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਸੌਂਪ ਦੇਣਾ ਕੀਤਾ। ਕਰੇ ਅਨੇਕ ਵਿਆਹ ਕੇ ਕਾਜਾ। ਇਸ ਪ੍ਰਕਾਰ ਬਾਬਾ ਬਿਧੀ ਚੰਦ ਜੀ ਨੇ ਵੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿੱਥੇ ਜਿੱਥੇ ਲੋੜ ਸੀ, ਕੋਈ ਲੰਗਰ ਵਿੱਚ ਸਮਾਨ ਲਿਆਉਣ ਦੀ, ਕੋਈ ਵਸਤਰ ਖਰੀਦਣ ਦੀ, ਕੋਈ ਜਿਹੜੇ ਗਹਿਣੇ ਆਦਿਕ ਨੇ ਉਹ ਲਿਆਉਣ ਦੀ, ਕੋਈ ਇਸੇ ਪ੍ਰਕਾਰ ਜਿਹੜੀਆਂ ਸੁੱਕੀਆਂ ਵਸਤੂਆਂ ਹਨ, ਜਿੱਥੇ ਜਿੱਥੇ ਵੀ ਲੋੜ ਪਈ ਬਾਬਾ ਬਿਧੀ ਚੰਦ ਨੇ ਅੱਗੇ ਹੋ ਕਰਕੇ ਸਾਰੇ ਕਾਰਜ ਕਰਨਾ ਕੀਤੇ। ਸਰਬ ਰੰਗ ਕੇ ਤੰਬੂ ਘਨੇ। ਇਸ ਪ੍ਰਕਾਰ ਹਰ ਪ੍ਰਕਾਰ ਦੇ ਰੰਗਾਂ ਦੇ ਜਿਹੜੇ ਤੰਬੂ ਹਨ ਉਹਨਾਂ ਨੂੰ ਵੀ ਸਤਿਗੁਰਾਂ ਦਾ ਪਾਵਨ ਉਪਦੇਸ਼ ਜਾਣ ਕਰਕੇ ਸਜਾ ਲੈਣਾ ਕੀਤਾ। ਰੇਸ਼ਮ ਕੀ ਡੋਰ ਨਸੋਂ ਬਨੇ। ਇਸ ਪ੍ਰਕਾਰ ਜਿਹੜੇ ਤੰਬੂ ਐਸੇ ਹਨ, ਤੰਬੂਆਂ ਦਾ ਪ੍ਰਬੰਧ ਤਾਂ ਕੀਤਾ ਜਾ ਰਿਹਾ ਹੈ ਕਿਉਂਕਿ ਸਤਿਗੁਰਾਂ ਨੂੰ ਪਤਾ ਹੈ ਕਿ ਗੁਰੂ ਘਰ ਦੇ ਅੰਦਰ ਖੁਸ਼ੀ ਦਾ ਮਾਹੌਲ ਹੈ। ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਕੁਝ ਵਿਸ਼ੇਸ਼ ਸਮਾਗਮ ਹੁੰਦੇ ਸਨ ਜਦੋਂ ਗੁਰੂ ਕੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਇਕੱਤਰਤ ਹੁੰਦੀਆਂ ਸਨ, ਜਾਂ ਤਾਂ ਇੱਕ ਵੈਸਾਖੀ ਸੀ, ਜਾਂ ਕੋਈ ਇੱਦਾਂ ਖੁਸ਼ੀ ਵਾਲਾ ਮਾਹੌਲ ਹੋਣਾ, ਜਾਂ ਫਿਰ ਜਿਵੇਂ ਹੋਲੀ ਆਦਿਕ ਦਾ ਕੋਈ ਸਮਾਗਮ ਹੈ, ਉਦੋਂ ਗੁਰਸਿੱਖ ਸੰਗਤਾਂ ਗੁਰੂ ਕੇ ਹਜ਼ੂਰ ਇਕੱਤਰਤ ਹੁੰਦੀਆਂ ਸਨ।
ਕਿਉਂਕਿ ਬਹੁਤ ਦੂਰ ਦੁਰਾਡੇ ਸੰਗਤਾਂ ਹੋਣ ਕਰਕੇ, ਕਿਉਂਕਿ ਪਿਛਲੇ 5 ਸਤਿਗੁਰੂ ਸਾਹਿਬਾਨ ਜਿੱਥੇ ਜਿੱਥੇ ਵੀ ਗਏ, ਜਿੱਥੇ ਵੀ ਪ੍ਰਚਾਰ ਕੀਤਾ, ਉੱਥੇ ਹੀ ਗੁਰਸਿੱਖ ਸੰਗਤਾਂ ਵਿਰਾਜਦੀਆਂ ਸਨ। ਤੇ ਇਤਨੀ ਦੂਰ ਕਿਸੇ ਨੂੰ ਜਿਹੜਾ ਸੱਦਾ ਪੱਤਰ ਭੇਜਣਾ ਉਹ ਇੱਕ ਅੱਧੇ ਦਿਨ ਦੀ ਗੱਲ ਨਹੀਂ ਸੀ। ਇਸ ਲਈ ਉਹਨਾਂ ਨੂੰ ਕੋਈ ਵਿਸ਼ੇਸ਼ ਜਿਹੜੇ ਸਮਾਗਮ ਹਨ ਉਹਨਾਂ ਦੀ ਬਾਬਤ ਦੱਸਿਆ ਹੋਇਆ ਸੀ। ਤੇ ਜਦੋਂ ਕੋਈ ਵਿਸ਼ੇਸ਼ ਸਮਾਗਮ ਹੁੰਦਾ ਸੀ, ਉਦੋਂ ਫਿਰ ਪਹਿਲਾਂ ਹੀ ਮਹੀਨਾ 2 ਮਹੀਨਾ ਪਹਿਲਾਂ ਹੀ, ਜਿਵੇਂ ਹੁਣ ਦੇਖੋ ਮਾਘ ਦੇ ਮਹੀਨੇ ਦੇ ਵਿੱਚ ਜਿਹੜੀ ਸਾਹਿਬ ਦੀ ਚਿੱਠੀ ਭੇਜੀ ਗਈ ਸੀ, ਤੇ ਅੱਗੇ ਵਿਸਾਖ ਦੇ ਮਹੀਨੇ ਵਿੱਚ ਸ਼ਾਦੀ ਹੈ, ਤੇ ਮਾਘ ਦੇ ਮਹੀਨੇ ਦੇ ਵਿੱਚ ਹੀ ਜਿਹੜੀਆਂ ਤਿਆਰੀਆਂ ਹਨ ਉਹ ਕਰਨੀਆਂ ਸ਼ੁਰੂ ਹੋ ਗਈਆਂ। ਜਿਹੜੇ ਸੱਦੇ ਪੱਤਰ ਦੂਰ ਦੁਰਾਡੇ ਗੁਰਸਿੱਖ ਸੰਗਤਾਂ ਨੂੰ ਭੇਜੇ ਗਏ ਨੇ, ਤੇ ਉਹਨਾਂ ਗੁਰਸਿੱਖ ਸੰਗਤਾਂ ਦੇ ਰਹਿਣ ਵਾਸਤੇ ਜਿਹੜਾ ਬੰਦੋਬਸਤ ਹੈ ਹੁਣ ਤੋਂ ਸ਼ੁਰੂ ਹੋ ਰਿਹਾ ਹੈ। ਤੇ ਸਤਿਗੁਰੂ ਜੀ ਪਾਵਨ ਬਚਨ ਉਚਾਰਦੇ ਹਨ ਕਿ ਬਾਬਾ ਬਿਧੀ ਚੰਦ ਜੀ ਜਿਹੜੇ ਸੋਹਣੇ ਵਸਤਰ ਵਾਲੇ, ਸੋਹਣੇ ਰੰਗਾਂ ਵਾਲੇ ਜਿਹੜੇ ਤੰਬੂ ਹਨ, ਜਿਨ੍ਹਾਂ ਉੱਪਰ ਜ਼ਰੀਦਾਰ ਜਿਹੜੀ ਝਾਲਰ ਹੈ ਉਹ ਲੱਗੀ ਹੋਈ ਹੈ, ਬਹੁਤ ਬਰੀਕ ਜਿਸ ਦੀਆਂ ਸਜਾਵਟਾਂ ਹਨ, ਉਹਨਾਂ ਨੂੰ ਸਜਾਉਣਾ ਕਰੋ। ਤਿਨ ਮਹਿ ਫਰਸ਼ ਗਿਲਮ ਤੇ ਆਦਿ। ਇਸ ਪ੍ਰਕਾਰ ਉਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਡੋਰੇ ਆਦਿਕ ਨੇ ਉਹ ਬੰਨੇ ਗਏ, ਤੇ ਉਹਨਾਂ ਵਿੱਚ ਜਿਹੜੇ ਬਹੁਤ ਸੁੰਦਰ ਜਿਹੜੇ ਕੰਬਲ ਆਦਿਕ ਹਨ, ਉੱਪਰ ਲੈਣ ਵਾਲੇ ਜਿਹੜੇ ਵਸਤਰ ਨੇ, ਉਹਨਾਂ ਦਾ ਸਾਰਿਆਂ ਦਾ ਪ੍ਰਬੰਧ ਹੈ ਕੀਤਾ ਗਿਆ। ਕਰ ਕੈ ਤਿਆਰ ਰੱਖੀ ਹਿਤ ਸ਼ਾਦੀ। ਇਸ ਪ੍ਰਕਾਰ ਸਤਿਗੁਰਾਂ ਦਾ ਪਾਵਨ ਉਪਦੇਸ਼ ਜਾਣ ਕਰਕੇ ਗੁਰਸਿੱਖਾਂ ਨੇ ਸ਼ਾਦੀ ਦੇ ਵਾਸਤੇ ਪਹਿਲਾਂ ਹੀ ਜਿਹੜੀ ਤਿਆਰੀ ਹੈ, ਜਿਤਨੇ ਵੀ ਤੰਬੂਆਂ ਦੇ ਵਿੱਚ ਹੇਠਾਂ ਵਿਛਾਉਣ ਵਾਲੇ ਜਿਹੜੇ ਵਸਤਰ ਹਨ, ਜਿੱਥੇ ਗੁਰੂ ਕਾ ਦਰਬਾਰ ਸੱਜਣਾ ਹੈ, ਉੱਥੇ ਜਿਹੜੇ ਸੁੰਦਰ ਵਸਤਰ ਵਿਛਾਉਣ ਦੇ ਲਈ ਜਿਹੜੇ ਕੋਈ ਚੰਗੇ ਸੁੰਦਰ ਗਲੀਚੇ ਆਦਿਕ ਹਨ, ਉਹਨਾਂ ਦਾ ਵੀ ਪ੍ਰਬੰਧ ਕਰ ਲੈਣਾ ਕੀਤਾ। ਜ਼ੀਨ ਤੁਰੰਗਨ ਲਿਪਟੇ ਜ਼ਰੀ। ਤੇ ਇਸ ਪ੍ਰਕਾਰ ਜਿਹੜੀਆਂ ਘੋੜਿਆਂ ਦੇ ਉੱਪਰ ਸਜਾਉਣ ਵਾਲੀਆਂ ਕਾਠੀਆਂ ਹਨ, ਉਹਨਾਂ ਨੂੰ ਵੀ ਸੁੰਦਰ ਸਜਾਵਟਾਂ ਕਰਨ ਦੇ ਲਈ ਜਿਹੜੇ ਵਸਤਰ ਡੋਰੇ ਆਦਿਕ ਹਨ, ਉਹਨਾਂ ਨੂੰ ਵੀ ਲੈ ਕੇ ਆਉਣਾ ਕੀਤਾ। ਉੱਪਰ ਚਾਰ ਕਰੀ ਬਿਸਤਰੀ। ਇਸ ਪ੍ਰਕਾਰ ਉੱਪਰ ਕਾਠੀ ਦੇ ਉੱਪਰ ਸੁੰਦਰ ਵਸਤਰ ਵਿਛਾਉਣ ਲਈ, ਕਿਉਂਕਿ ਜਿਹੜਾ ਪੁਰਾਣੇ ਵਸਤਰ ਸਨ, ਜਿਵੇਂ ਆਪਾਂ ਵਿਆਹ ਸ਼ਾਦੀਆਂ ਦੇ ਉੱਪਰ ਸੋਚਦੇ ਹਾਂ ਕਿ ਜਿਹੜੀ ਵੀ ਚੀਜ਼ ਹੋਵੇ ਉਹ ਨਵੀਂ ਹੋਵੇ, ਉਸੇ ਤਰ੍ਹਾਂ ਹੀ ਖੁਸ਼ੀ ਦਾ ਮਾਹੌਲ ਜਾਣ ਕਰਕੇ, ਕਿਉਂਕਿ ਜਿਹੜਾ ਗੁਰੂ ਦਰਬਾਰ ਹੈ, ਸਿੱਖ ਧਰਮ ਹੈ, ਇਹ ਹਰ ਇੱਕ ਪੱਖੋਂ ਪੂਰਨ ਹੈ। ਜਿੱਥੇ ਇੱਥੇ ਗਰੀਬੀ ਦੀ ਜਦੋਂ ਗੱਲ ਆਉਂਦੀ ਹੈ, ਤੇ ਗਰੀਬ ਤੋਂ ਗਰੀਬ ਵੀ ਗੁਰਸਿੱਖ ਹੋਏ ਨੇ, ਕਿਉਂਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਸ ਨੂੰ ਜਿਸ ਬੰਨੋਂ ਵੀ ਆਪਾਂ ਵੇਖੀਏ, ਜੇ ਆਪਾਂ ਵਿੱਦਿਆ ਦੇ ਵੱਲੋਂ ਵੇਖੀਏ, ਤੇ ਵਿੱਦਿਆ ਦੇ ਵਿੱਚ ਵੀ ਵੇਖੋ ਮੂਲ 3 ਗ੍ਰੰਥ ਸਾਨੂੰ ਸਤਿਗੁਰਾਂ ਨੇ ਬਖਸ਼ੇ ਹਨ। ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੂਸਰੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਹੈ, ਤੀਸਰਾ ਉਹਨਾਂ ਦਾ ਇੱਕ ਹੋਰ ਵੀ ਗ੍ਰੰਥ ਹੈ ਜਿਸ ਦਾ ਨਾਮ ਹੈ ਸ੍ਰੀ ਸਰਬਲੋਹ ਗ੍ਰੰਥ। ਇਹਨਾਂ 3 ਗ੍ਰੰਥਾਂ ਦੇ ਅੰਦਰ ਹੀ ਸਤਿਗੁਰਾਂ ਨੇ ਸਾਰੀ ਦੁਨੀਆ ਦਾ ਇਤਿਹਾਸ, ਅਵਤਾਰਾਂ ਦਾ ਜਿਹੜਾ ਇਤਿਹਾਸ ਹੈ, ਜਿੰਨੀਆਂ ਵੀ ਸੂਖਮ ਤੋਂ ਸੂਖਮ, ਛੋਟੀਆਂ ਤੋਂ ਛੋਟੀਆਂ, ਵੱਡੀਆਂ ਤੋਂ ਵੱਡੀਆਂ ਜਿਹੜੀਆਂ ਵਿਚਾਰਾਂ ਨੇ, ਉਹਨਾਂ ਨੂੰ ਲਿਖ ਦਿੱਤਾ। ਉਸ ਤੋਂ ਬਾਅਦ ਦੇਖੋ ਕੈਸੇ ਕੈਸੇ ਵਿਦਵਾਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਵਰਗੇ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਸਤਿਗੁਰਾਂ ਦੇ ਹਜੂਰ 52 ਕਵੀ ਵਿਰਾਜਦੇ ਸਨ। ਉਹਨਾਂ ਨੇ ਕੈਸੇ ਕੈਸੇ ਸੈਨਾਪਤੀ ਕਵੀ ਨੇ ਮਹਾਨ ਗ੍ਰੰਥ ਲਿਖੇ। ਉਸੇ ਤਰ੍ਹਾਂ ਹੀ ਗੁਰੂ ਘਰ ਦੇ ਅੰਦਰ ਹੋਰ ਐਸੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਗੇ ਐਸੇ ਮਹਾਨ ਹੋਏ ਨੇ। ਇੱਕ ਇਹ ਵੀ ਇੱਕ ਵਿਚਾਰ ਹੈ, ਸ਼ਾਇਦ ਆਪ ਨੂੰ ਇਸ ਗੱਲ ਦਾ ਨਾ ਪਤਾ ਹੋਵੇ ਕਿ ਜਿਹੜਾ ਆਪਾਂ ਪਾਵਨ ਗ੍ਰੰਥ ਹੁਣ ਵਿਚਾਰ ਰਹੇ ਹਾਂ, ਇਹ ਇੱਕ ਐਸਾ ਗ੍ਰੰਥ ਹੈ
ਜਿਹੜਾ ਸੰਸਕ੍ਰਿਤ ਦੇ ਗ੍ਰੰਥਾਂ ਨੂੰ ਛੱਡ ਕੇ ਇਤਨਾ ਵੱਡਾ ਹੋਰ ਕਿਸੇ ਵੀ ਧਰਮ ਗ੍ਰੰਥ ਸੰਸਾਰ ਦੇ ਵਿੱਚ ਨਹੀਂ ਹੋਇਆ। ਇਹਦੀਆਂ ਦੇਖੋ 14 ਪੋਥੀਆਂ ਹਨ। ਦੇਖੋ ਕੈਸੇ ਮਹਾਨ ਭਾਈ ਸੰਤੋਖ ਸਿੰਘ ਜੀ ਹੋਣਗੇ, ਉਹਨਾਂ ਦੇ ਮਨ ਦੇ ਅੰਦਰ ਕਿਤਨੀ ਕੁ ਭਾਵਨਾ ਹੋਵੇਗੀ, ਕਿਤਨੀ ਕਿ ਉਹ ਵਿਦਵਾਨ ਹੋਣਗੇ, ਜਿਨ੍ਹਾਂ ਨੇ ਸਤਿਗੁਰਾਂ ਦਾ ਐਸਾ ਇੱਕ ਮਹਾਨ ਗ੍ਰੰਥ ਲਿਖ ਕੇ ਸਾਨੂੰ ਦਿੱਤਾ ਹੈ। ਸਾਡੇ ਵਿਦਿਆ ਦਾਤੇ ਦੱਸਦੇ ਹੁੰਦੇ ਸਨ ਕਿ ਜਦੋਂ ਭਾਈ ਸੰਤੋਖ ਸਿੰਘ ਜੀ ਇਤਿਹਾਸ ਲਿਖਾਉਂਦੇ ਸਨ, ਉਹਨਾਂ ਕੋਲ 5 ਲਿਖਾਰੀ ਹੁੰਦੇ ਸਨ ਤੇ 5 ਲਿਖਾਰੀ ਇੱਦਾਂ ਲਾਈਨ ਲਾ ਕੇ ਬਹਿ ਜਾਂਦੇ ਸਨ। ਤੇ ਇਹ ਜਿਹੜੇ ਭਾਈ ਸੰਤੋਖ ਸਿੰਘ ਜੀ ਸਨ, ਇਹਨਾਂ ਦੇ ਪਾਸ ਇੱਕ ਸੋਟੀ ਹੁੰਦੀ ਸੀ। ਉਸ ਸੋਟੀ ਦੇ ਨਾਲ ਆਪਣੇ ਹੱਥ ਦੇ ਉੱਪਰ ਮਾਰਦੇ ਸਨ। ਜਿਹੜੀ ਛੰਦ ਦੀ ਚਾਲ ਹੈ ਉਸ ਨੂੰ ਬਣਾ ਕੇ ਉਹਨਾਂ 5 ਕਵੀਆਂ ਦੇ ਆਲੇ ਦੁਆਲੇ ਗੇੜੇ ਕੱਢਦੇ ਹੁੰਦੇ ਸਨ ਤੇ ਨਾਲ ਨਾਲ ਇਹ ਜਿਹੜਾ ਇਤਿਹਾਸ ਹੈ ਇਸ ਨੂੰ ਉਚਾਰੀ ਜਾਂਦੇ। ਤੇ ਉਹ 5 ਕਵੀ ਪੂਰੇ ਜ਼ੋਰ ਲਾ ਕੇ ਪੂਰਾ ਯਤਨ ਕਰਦੇ ਸਨ, ਫਿਰ ਇਹ ਇਤਿਹਾਸ ਲਿਖ ਹੁੰਦਾ ਸੀ। ਇਸ ਲਈ ਜਿਹੜਾ ਗੁਰੂ ਘਰ ਹੈ, ਸਿੱਖ ਧਰਮ ਹੈ, ਇਹ ਹਰ ਬੰਨੋਂ ਸੰਪੂਰਨ ਹੈ। ਇਸੇ ਤਰ੍ਹਾਂ ਹੀ ਜਦੋਂ ਗੁਰੂ ਘਰ ਦੇ ਅੰਦਰ ਇਹ ਖੁਸ਼ੀਆਂ ਦਾ ਮਾਹੌਲ ਆਇਆ ਤੇ ਸਤਿਗੁਰਾਂ ਨੇ ਜਿਹੜੇ ਨਵੇਂ ਵਸਤਰ ਘੋੜਿਆਂ ਦੀਆਂ ਕਾਠੀਆਂ ਉੱਪਰ ਸਜਾਉਣ ਦੇ ਲਈ ਮੰਗਵਾ ਲੈਣਾ ਕੀਤੇ। ਬਹੁਤ ਵਿਭੂਖਨ ਲੀਨ ਕਰਾਈ। ਇਸ ਪ੍ਰਕਾਰ ਸਤਿਗੁਰਾਂ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਸਤਰ ਸਨ ਉਹ ਵੀ ਮੰਗਵਾ ਲੈਣਾ ਕੀਤੇ। ਸੁਬਡਨ ਕੀ ਕੋਸ਼ਿਸ਼ ਬਣਵਾਈ। ਤੇ ਜਿਹੜੇ ਸੁਬਟਨ ਸੂਰਬੀਰ ਯੋਧੇ ਸਨ, ਉਹਨਾਂ ਦੀਆਂ ਜਿਹੜੀਆਂ ਪੁਸ਼ਾਕਾਂ ਸਨ ਉਹ ਵੀ ਮੰਗਵਾ ਲੈਣਾ ਕੀਤੀਆਂ। ਬਹੁਤ ਵਿਭੂਖਨ ਲੀਨ ਕਰਾਈ। ਤੇ ਮਾਤਾਵਾਂ ਦੇ ਪਾਉਣ ਦੇ ਲਈ ਔਰ ਇਸੇ ਪ੍ਰਕਾਰ ਗੁਰਸਿੱਖਾਂ ਦੇ ਸਜਾਉਣ ਦੇ ਲਈ ਜਿਹੜੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਹਨ ਉਹਨਾਂ ਨੂੰ ਵੀ ਕਢਵਾ ਲੈਣਾ ਕੀਤਾ, ਬਣਾ ਲੈਣਾ ਕੀਤਾ। ਧਨ ਅਨਗਨ ਜਿਨ ਕਿਨ ਗੁਰ ਘਰ ਤੇ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ ਕਿ ਜਿੰਨਾ ਵੀ ਧਨ ਕਿਸੇ ਗੁਰਸਿੱਖ ਨੂੰ ਲੋੜ ਸੀ ਕਿ ਮੈਂ ਇੰਨਾ ਧਨ ਖਰਚ ਕੇ ਆਇਆ ਹਾਂ, ਹੋਰ ਇੰਨਾ ਧਨ ਲੱਗ ਜਾਵੇਗਾ, ਸਤਿਗੁਰਾਂ ਨੇ ਖੁੱਲੇ ਭੰਡਾਰੇ ਉਹਨਾਂ ਨੂੰ ਬਖਸ਼ਣਾ ਕੀਤੇ। ਲੈ ਲੈ ਸਕਲ ਸਮਾਜਨ ਕਰਤੇ। ਇਸ ਪ੍ਰਕਾਰ ਸਤਿਗੁਰਾਂ ਤੋਂ ਜਿਹੜਾ ਧਨ ਹੈ, ਦੌਲਤ ਹੈ, ਪ੍ਰਾਪਤ ਕਰਕੇ ਜਿੰਨਾ ਜਿੰਨਾ ਵੀ ਸਮਾਨ ਖਰੀਦਣ ਵਾਲਾ ਹੈ, ਭਾਵਨਾ ਵਾਲੇ ਜਿਹੜੇ ਗੁਰਸਿੱਖ ਸੇਵਾਦਾਰ ਹਨ ਖਰੀਦ ਕੇ ਲਿਆਉਂਦੇ ਹਨ। ਜਬ ਕੁਛ ਤਿਆਰ ਹੋਏ ਬਨਵਾਵਤ। ਤੇ ਜਦੋਂ ਕਹਿੰਦੇ ਕਿ ਕੋਈ ਵਸਤੂ ਤਿਆਰ ਹੋ ਜਾਵੇ, ਕੋਈ ਮਠਿਆਈ ਬਣ ਜਾਵੇ, ਕੋਈ ਜਿਹੜੇ ਘੋੜਿਆਂ ਦੇ ਉੱਪਰ ਸਜਾਉਣ ਵਾਲੀਆਂ ਕਾਠੀਆਂ ਦਾ ਜਿਹੜਾ ਵਸਤਰ ਤਿਆਰ ਹੋ ਜਾਵੇ, ਜਾਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਸਮਾਨ ਜਦੋਂ ਗੁਰੂ ਘਰ ਦੇ ਵਿੱਚ ਆ ਜਾਵੇ, ਸ੍ਰੀ ਸਤਿਗੁਰ ਕੋ ਜਾਏ ਦਿਖਾਵਤ। ਤੇ ਉਸ ਵੇਲੇ ਜਿਹੜੇ ਗੁਰਸਿੱਖ ਹਨ ਉਸ ਜਿਹੜਾ ਸਾਜੋ ਸਮਾਨ ਹੈ ਸਤਿਗੁਰਾਂ ਦੇ ਪਾਸ ਜਾ ਕੇ ਦਿਖਾਉਂਦੇ ਹਨ। ਭਾਵੇਂ ਦੇਖੋ ਕਿ ਸਾਰੇ ਗੁਰਸਿੱਖ ਸਿਆਣੇ ਹਨ, ਸੂਝਵਾਨ ਨੇ, ਪਰ ਫਿਰ ਵੀ ਉਹਨਾਂ ਦੇ ਮਨ ਦੇ ਅੰਦਰ ਭਾਵਨਾ ਹੈ ਕਿ ਇੱਕ ਵਾਰ ਸਤਿਗੁਰਾਂ ਨੂੰ ਜ਼ਰੂਰ ਦਿਖਾ ਲਿਆ ਜਾਵੇ ਕਿ ਜਿਹੜੀ ਆਪਾਂ ਚੀਜ਼ ਲੈ ਕੇ ਆਏ ਹਾਂ ਉਹ ਸਤਿਗੁਰਾਂ ਨੂੰ ਚੰਗੀ ਲੱਗਦੀ ਹੈ ਜਾਂ ਇਸ ਨੂੰ ਬਦਲ ਕੇ ਲਿਆਈਏ। ਸਤਿਗੁਰਾਂ ਨੂੰ ਜੇ ਪਸੰਦ ਹੋਈ ਤੇ ਰੱਖ ਲਵਾਂਗੇ, ਨਹੀਂ ਤੇ ਆਪਾਂ ਕਿਸੇ ਹੋਰ ਇਲਾਕੇ ਤੋਂ ਲੈ ਕੇ ਆਵਾਂਗੇ। ਇਸ ਲਈ ਜਿਹੜੀ ਵੀ ਚੀਜ਼ ਘਰ ਦੇ ਵਿੱਚ ਤਿਆਰ ਹੋ ਜਾਂਦੀ ਹੈ ਜਾਂ ਖਰੀਦ ਕੇ ਲਿਆਉਂਦੇ ਨੇ, ਉਸ ਦੇ ਜਿਹੜੇ ਦਰਸ਼ਨ ਹਨ ਸਤਿਗੁਰਾਂ ਦੇ ਪਾਸ ਜਾ ਕੇ ਗੁਰਸਿੱਖ ਕਰਵਾਉਣਾ ਕਰਦੇ ਹਨ। ਰਹਿ ਜਬ ਗਏ ਕਿਤਕ ਦਿਨ ਸ਼ੇਖ। ਤੇ ਸਤਿਗੁਰੂ ਜੀ ਬਚਨ ਉਚਾਰਨ ਕਰਦੇ ਹਨ। ਇਸ ਪ੍ਰਕਾਰ ਗੁਰਸਿੱਖਾਂ ਨੂੰ ਉਪਦੇਸ਼ ਕਰਦੇ ਹਨ। ਭਾਵਨਾ ਵਾਲੇ ਗੁਰਸਿੱਖ ਦੂਰ ਦੁਰਾਡੇ ਜਾਂਦੇ ਹਨ, ਜਿੱਥੋਂ ਜਿੱਥੋਂ ਦੀ ਕੋਈ ਚੰਗੀ ਵਸਤੂ ਹੈ ਖਰੀਦ ਕੇ ਲਿਆਉਂਦੇ ਹਨ। ਕੋਈ ਮਾਤਾਵਾਂ ਵੱਲੋਂ ਉਪਦੇਸ਼ ਕੀਤਾ ਜਾਂਦਾ ਹੈ, ਉਹਨਾਂ ਦੇ ਲਈ ਜੋ ਵਸਤੂਆਂ ਹਨ ਉਹ ਲੈ ਕੇ ਆਉਂਦੇ ਹਨ। ਇਸ ਪ੍ਰਕਾਰ ਸਮਾਂ ਬੀਤਦਿਆਂ ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਹਨ ਕਿ ਰਹਿ ਜਬ ਗਏ ਕਿਤਕ ਦਿਨ ਸ਼ੇਖ।
ਜਦੋਂ 21 ਵੈਸਾਖ ਵਾਲਾ ਦਿਨ ਆਉਣ ਦੇ ਲਈ ਕੁਝ ਕੁ ਦਿਨ ਰਹਿ ਜਾਣਾ ਕੀਤੇ। ਆਏ ਪਹੁੰਚਿਓ ਮੇਲ ਅਸ਼ੇਖ, ਜਿਹੜਾ ਮੇਲ ਸੀ ਗੁਰਸਿੱਖ ਸੰਗਤਾਂ ਦਾ, ਸਮੂਹ ਰਿਸ਼ਤੇਦਾਰ, ਸਾਕ ਸੰਬੰਧੀਆਂ ਦਾ, ਉਹ ਸਾਰੇ ਇਕੱਤਰਿਤ ਹੋਣਾ ਸ਼ੁਰੂ ਹੋ ਗਏ। ਉਸ ਤੋਂ ਬਾਅਦ ਜਿਤਨਾ ਵੀ ਗੁਰੂ ਕਾ ਪਰਿਵਾਰ ਸੀ, ਬਾਬਾ ਦਾਤੂ ਜੀ, ਬਾਬਾ ਮੋਹਰੀ ਚੰਦ ਔਰ ਇਸੇ ਪ੍ਰਕਾਰ ਗੁਰੂ ਘਰ ਦੇ ਨਾਲ ਜਿੰਨੇ ਵੀ ਪ੍ਰੇਮ ਰੱਖਣ ਵਾਲੇ, ਭਾਵਨਾ ਵਾਲੇ ਗੁਰਸਿੱਖ ਜਿੱਥੋਂ ਜਿੱਥੋਂ ਤੱਕ ਸੱਦਾ ਪੱਤਰ ਪਹੁੰਚਿਆ, ਕਿਉਂਕਿ ਜਦੋਂ ਇੱਕ ਇਹ ਹੁੰਦੀ ਹੈ ਕਿ ਭਾਵਨਾ ਦਾ ਖਿਆਲ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਮਿਲਣ ਜਾਈਏ ਉਦੋਂ ਕੋਈ ਨਾ ਕੋਈ ਵਸਤੂ ਪੁਰਾਣੇ ਸਮੇਂ ਦੇ ਅੰਦਰ ਲੈ ਕੇ ਜਾਂਦੇ ਸਨ। ਉਸੇ ਤਰ੍ਹਾਂ ਹੀ ਦੇਖੋ ਮਾਤਾ ਗੰਗਾ ਜੀ ਨੇ ਆਪਣੀ ਸਿਆਣਪ ਜਣਾਉਂਦਿਆਂ ਹੋਇਆਂ ਇਹ ਕੀਤਾ ਕਿ ਜਿੱਥੇ ਸੱਦਾ ਪੱਤਰ ਭੇਜਣਾ ਹੈ ਉੱਥੇ ਨਾਲ ਨਾਲ ਕੋਈ ਨਾ ਕੋਈ ਜਿਹੜੀ ਮਠਿਆਈ ਹੈ, ਕੋਈ ਪਕਵਾਨ ਨੇ, ਉਹ ਵੀ ਮਾਤਾ ਗੰਗਾ ਜੀ ਨੇ ਭੇਜੇ। ਅਤੇ ਇਸ ਤਰ੍ਹਾਂ ਕੁਝ ਦਿਨ ਰਹਿੰਦਿਆਂ ਹੋਇਆਂ ਜਿਹੜਾ ਸਾਰੀਆਂ ਗੁਰਸਿੱਖ ਸੰਗਤਾਂ ਦਾ ਮੇਲ ਜੋੜ ਹੈ, ਭਾਵਨਾ ਵਾਲੇ ਗੁਰਸਿੱਖ ਦੂਰ ਦੁਰਾਡਿਆਂ ਤੋਂ ਗੁਰੂ ਘਰ ਦੇ ਅੰਦਰ ਖੁਸ਼ੀ ਦਾ ਮਾਹੌਲ ਜਾਣ ਕੇ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਹਨ। ਸੋ ਕਿਹੜੀਆਂ ਕਿਹੜੀਆਂ ਗੁਰਸਿੱਖ ਸੰਗਤਾਂ ਆਈਆਂ ਸਨ, ਉਹ ਜਿਹੜਾ ਪ੍ਰਸੰਗ ਹੈ ਉਹ ਕੱਲ੍ਹ ਦੇ ਦਿਨ ਦੇ ਵਿੱਚ ਸ਼ਰਵਣ ਕਰਨ ਦਾ ਯਤਨ ਕਰਾਂਗੇ। ਸੋ ਇਸ ਪ੍ਰਕਾਰ ਗੁਰਸਿੱਖ ਸੰਗਤਾਂ ਗੁਰੂ ਕੇ ਦਰਬਾਰ ਦੇ ਅੰਦਰ ਆਣ ਕਰਕੇ ਨਤਮਸਤਕ ਹੋ ਰਹੀਆਂ ਹਨ। ਸੋ ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਬ ਕੁਛ ਤਿਆਰ ਹੋਏ ਬਨਵਾਵਤ, ਸ੍ਰੀ ਸਤਿਗੁਰ ਕੋ ਜਾਏ ਦਿਖਾਵਤ। ਰਹਿ ਜਬ ਗਏ ਕਿਤਕ ਦਿਨ ਸ਼ੇਖ, ਆਏ ਪਹੁੰਚਿਓ ਮੇਲ ਅਸ਼ੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।